ਵਾਹਿਗੁਰੂ ਗੁਰੂ ਵਾਹਿਗੁਰੂ। ਗੁਰੂ ਨਾਨਕ ਪਗ ਪੰਕਜ ਬੰਦਨਾ ਪੰਕਜ ਬੰਦਨਾ ਸਿਮਰੋ ਅੰਗਦ ਦੁਖ ਨਿਕੰਦਨਾ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਉ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਸ਼੍ਰੀ ਹਰਿਗੋਬਿੰਦ ਬਿੰਦ ਸਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹਾਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਮੰਨੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਦੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਦੋਰਾ ਸਿਆਹੀ ਟਿੱਪੀ ਨਾਮ ਸੁਖਾਨ ਚਿਨਹ ਤਹਾਂ ਅਬ ਲਗ ਹੈ ਜਾਨ ਦੋਨੋਂ ਕਬਰਾ ਪਰੀ ਦਿਖਾਵਤ ਜਿਨ ਦੇਖੇ ਸੋ ਆਣ ਬਤਾਵਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਪਿਛਲੇ ਦਿਨੀ ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਜਦੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ। ਪਹਾੜੀ ਹਿੰਦੂ ਰਾਜਿਆਂ ਨੇ ਕਸਮਾਂ ਖਾਧੀਆਂ ਗਊ ਦੀਆਂ ਵੀ ਤੁਸੀਂ ਕਿਲਾ ਛੱਡ ਜਾਓ, ਅਸੀਂ ਤੁਹਾਨੂੰ ਕੁਛ ਨਹੀਂ ਕਹਾਂਗੇ। ਤੇ ਸਤਿਗੁਰੂ ਪਾਤਸ਼ਾਹ ਭਾਵੇਂ ਸਰਬ ਕਲਾ ਸਮਰਾਟ ਸਭ ਜਾਣਦੇ ਹਨ ਤੇ ਸਿੱਖਾਂ ਨੂੰ ਇਹ ਵੀ ਕਿਹਾ ਕਿ ਇਹਨਾਂ ਦੀਆਂ ਕਸਮਾਂ ਦਾ ਕੋਈ ਭਰੋਸਾ ਨਹੀਂ ਹੈ। ਤੇ ਉਹੀ ਗੱਲ ਹੋਈ ਜਦੋਂ ਕਿਲਾ ਸਾਹਿਬ ਤੋਂ ਥੋੜੀ ਦੂਰੀ ਤੇ ਗਏ ਤੇ ਪਹਾੜੀਆਂ ਨੇ ਮਗਰੋਂ ਹਮਲਾ ਕਰ ਦਿੱਤਾ ਤੇ ਖਾਲਸਾ ਜੀ ਨੇ ਵੀ ਫਿਰ ਚੰਗੇ ਆਹੂ ਲਾਹੇ ਇਹਨਾਂ ਪਹਾੜੀਆਂ ਦੇ। ਅਖੀਰ ਆਪਣੇ ਹਜ਼ਾਰਾਂ ਸਿਪਾਹੀ ਮਰਵਾ ਕੇ ਤੇ ਭੀਮ ਚੰਦ ਵਰਗੇ ਆਪਣੀ ਜਾਨ ਬਚਾ ਕੇ ਭੱਜ ਗਏ। ਜਦ ਸ਼ਾਮਾਂ ਹੋਈਆਂ ਜਾ ਕੇ ਦੂਰ ਬੈਠ ਗਏ। ਦੂਜੇ ਦਿਨ ਇਹਨਾਂ ਨੇ ਬਿਉਂਤ ਬਣਾਈ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਉੱਚੀ ਟਿੱਬੀ ਤੇ ਆਸਣ ਲਾਇਆ, ਉਹਨੂੰ ਅੱਜ ਸਿਆਹੀ ਟਿੱਬੀ ਕਹਿੰਦੇ ਆ, ਕਾਲੀ ਟਿੱਬੀ। ਉਸ ਟਿੱਬੀ ਉੱਤੇ ਪਾਤਸ਼ਾਹ ਜੀ ਦਾ ਆਸਣ ਲੱਗਿਆ ਸੀ ਤੇ ਸਿੰਘ ਉਹਨਾਂ ਦੇ ਕੋਲ ਦੀਵਾਨ ਸਜਾਉਂਦੇ ਸੀ। ਤੇ ਪਹਾੜੀਆਂ ਨੇ ਸੋਚਿਆ ਇਹਨਾਂ ਦੇ ਨਾਲ ਇੱਕ ਦੋ ਤੁਰਕ ਭਰਾ ਹਨ ਜਿਹੜੇ ਤੋਪ ਚਲਾਉਣ ਵਿੱਚ ਬੜੇ ਮਾਹਰ ਹੈ। ਕਹਿੰਦੇ ਅਸੀਂ ਤੋਪ ਦੇ ਨਾਲ ਇੱਥੋਂ ਗੋਲਾ ਛੱਡਾਂਗੇ, ਗੁਰੂ ਗੋਬਿੰਦ ਸਿੰਘ ਨੂੰ ਸੜੇ ਪਲੰਘ ਉਡਾ ਦਿਆਂਗੇ। ਭਾਵੇਂ ਕਿ ਇੱਕ ਸਿੱਖ ਨੇ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਤੁਸੀਂ ਆ ਜਗ੍ਹਾ ਬਦਲੋ, ਲੱਗਦਾ ਹੈ ਕਿ ਪਹਾੜੀਏ ਤੋਪ ਨਾ ਚਲਾਉਣ ਕਿਤੇ ਆਪਣੇ ਤੇ। ਪਾਤਸ਼ਾਹ ਕਹਿੰਦੇ ਫਿਰ ਦੁਸ਼ਮਣ ਤੋਂ ਕਿੱਥੇ ਲੁਕਾਂਗੇ, ਕੋਈ ਥਾਂ ਨਹੀਂ ਬਦਲਣਾ, ਦੇਖੋ ਕੀ ਕਰਦੇ ਆ। ਉਹਨਾਂ ਨੇ ਤੋਪ ਦਾ ਗੋਲਾ ਚਲਾਇਆ ਤੇ ਇੱਕ ਸਿੱਖ ਖੜਾ ਸੀ ਰਸਤੇ ਦੇ ਵਿੱਚ, ਉਹ ਸਿੱਖ ਦੇ ਆ ਕੇ ਗੋਲਾ ਵੱਜਿਆ। ਉਹ ਸਿੱਖ ਜਿਹੜਾ ਸੀਗਾ ਸ਼ਹੀਦ ਹੋ ਗਿਆ, ਗੋਲਾ ਉੱਥੇ ਡਿੱਗ ਪਿਆ।
ਔਰ ਉਸ ਦੇ ਗੋਲਾ ਵੱਜਦਿਆਂ ਹੀ ਸਤਿਗੁਰਾਂ ਨੇ ਕਮਾਨ ਚੱਕਿਆ, ਤੀਰ ਪਾਇਆ ਤੇ ਛੱਡਿਆ, ਤੇ ਜਿਹੜਾ ਦੂਸਰੀ ਵਾਰ ਉਸ ਤੋਪ ਨੂੰ ਚਲਾਉਣ ਲੱਗਿਆ ਸੀ ਉਹਦੇ ਮੱਥੇ ਵਿੱਚ ਜਾ ਕੇ ਤੀਰ ਵੱਜਿਆ ਤੇ ਤੋਪ ਨੂੰ ਪਲੀਤਾ ਲਾਉਣ ਤੋਂ ਪਹਿਲਾਂ ਹੀ ਢੇਰ ਹੋ ਗਿਆ। ਤੇ ਲੱਗਦੇ ਦਾਤ ਪਾਤਸ਼ਾਹ ਨੇ ਦੂਜਾ ਇੱਕ ਤੀਰ ਹੋਰ ਛੱਡਿਆ, ਜਿਹੜਾ ਇੱਕ ਹੋਰ ਤੁਰਕ ਉਹਦਾ ਭਾਈ ਉਹਦਾ ਸਹਾਇਕ ਤੋਪ ਦੇ ਖੋਲ ਖੜਾ ਸੀ, ਜਾ ਕੇ ਉਹਦੀ ਛਾਤੀ 'ਚ ਵੱਜਿਆ ਤੇ ਉਹ ਵੀ ਮਰ ਗਿਆ। ਭਾਈ ਸਾਹਿਬ ਸੰਤੋਖ ਸਿੰਘ ਲਿਖਦੇ ਆ ਉੱਥੇ ਦੋਨਾਂ ਦੀਆਂ ਕਬਰਾਂ ਬਣੀਆਂ ਹੋਈਆਂ ਪਹਾੜੀਆਂ ਨੇ, ਫਿਰ ਉਹਨਾਂ ਨੂੰ ਉੱਥੇ ਹੀ ਨੱਪ ਦਿੱਤਾ ਤੋਪ ਦੇ ਕੋਲ, ਤੇ ਆਪ ਡਰਦੇ ਪਰਾਂ ਭੱਜ ਗਏ। ਔਰ ਹੈਰਾਨ ਹੋਏ ਵੀ ਯਾਰ ਇੰਨੀ ਦੂਰੋਂ ਗੁਰੂ ਸਾਹਿਬ ਜੀ ਦਾ ਤੀਰ ਦਾ ਜਿਹੜਾ ਨਿਸ਼ਾਨਾ ਕਿਤਨਾ ਖਾਸ ਹੈ, ਕਿਤਨਾ ਕਾਮਯਾਬ ਹੈ। ਦੇਖੋ ਸਿੱਧਾ ਨਿਸ਼ਾਨਾ ਉਸੇ ਨੂੰ ਲੱਗਿਆ ਆ ਕੇ, ਪਰ ਆਪਣਾ ਨਿਸ਼ਾਨਾ ਟਿਕਾਣੇ ਤੇ ਨਹੀਂ ਲੱਗਦਾਗਾ। ਇਹਨਾਂ ਨੇ ਥੋੜਾ ਚਿਰ ਪਹਿਲਾਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਪਹਿਲਾਂ ਸੈਂਟਰ ਸਰਕਾਰ ਨੂੰ, ਕੇਂਦਰ ਸਰਕਾਰ ਨੂੰ, ਭਾਵ ਔਰੰਗਜ਼ੇਬ ਨੂੰ ਚਿੱਠੀਆਂ ਲਿਖੀਆਂ ਸੀ ਕਿ ਸਾਡੇ ਵੱਲ ਬਹੁਤ ਸਾਰੀ ਫੌਜ ਭੇਜੋ, ਗੁਰੂ ਗੋਬਿੰਦ ਸਿੰਘ ਆਕੀ ਹੋ ਗਿਆ, ਬਾਗੀ ਹੋ ਗਿਆ, ਜੇ ਇਸੇ ਤਰ੍ਹਾਂ ਰਿਹਾ ਤੇ ਤੁਹਾਡੇ ਵੀ ਤਖਤ ਨੂੰ ਖਤਰਾ ਹੈ। ਤਾਂ ਔਰੰਗਜ਼ੇਬ ਦੱਖਣ ਵੱਲ ਗਿਆ ਹੋਇਆ ਸੀ। ਜਦੋਂ ਉਸ ਨੂੰ ਚਿੱਠੀ ਮਿਲੀ ਤੇ ਉਸਨੇ ਵਜ਼ੀਰ ਖਾਂ ਸਰਹੰਦ ਵਾਲੇ ਨੂੰ ਡਿਊਟੀ ਲਾ ਦਿੱਤੀ ਹੈ ਬਈ ਤੂੰ ਫੌਜ ਲੈ ਕੇ ਜਾ ਤੇ ਉਹਨਾਂ ਦੀ ਮਦਦ ਕਰ। ਪਰ ਇੰਨੇ ਸਮੇਂ ਵਿੱਚ ਤਾਂ ਕਾਫੀ ਕੁਝ ਹੋ ਚੁੱਕਿਆ ਸੀ। ਜਦੋਂ ਵਜ਼ੀਰ ਖਾਂ ਤਿਆਰੀ ਕਰਕੇ ਆਉਂਦਾ ਹੈ ਉਦੋਂ ਤਾਂ ਸਤਿਗੁਰੂ ਮੈਦਾਨ ਦੇ ਵਿੱਚ ਬੈਠੇ ਆ ਨਿਰਮੋਹ ਦੇ ਸਥਾਨ ਤੇ, ਜਿੱਥੇ ਉਹ ਸ਼ਾਹੀ ਟਿੱਬੀ, ਕਾਲੀ ਟਿੱਬੀ ਵੀ ਹੈ, ਜਿਸ ਜਗ੍ਹਾ ਨੂੰ ਨਿਰਮੋਹੀ ਦਾ ਨਾਂ ਦਿੱਤਾ ਗਿਆ ਹੈ, ਜਿੱਥੇ ਕਿ ਸਤਿਗੁਰਾਂ ਦਾ ਅੱਗੇ ਜਾ ਕੇ ਪਰਿਵਾਰ ਵੀ ਵਿਛੜ ਜਾਂਦਾ ਹੈ। ਇਹ ਨਿਰਮੋਹ ਦਾ ਸਥਾਨ ਹੈ। ਗੁਰੂ ਪਿਆਰਿਓ, ਇਹ ਵਜ਼ੀਰ ਖਾਂ ਹੁਣ ਆਪਣੀ ਫੌਜ ਲੈ ਕੇ ਪਹਾੜੀਆਂ ਦੀ ਮਦਦ ਤੇ ਆਉਂਦਾ ਹੈ ਤੇ ਸਤਿਗੁਰੂ ਪਾਤਸ਼ਾਹ ਆਪਣੇ ਸਿੰਘਾਂ ਸਮੇਤ ਮੈਦਾਨ ਵਿੱਚ ਬੈਠੇ ਨੇ। ਅੱਗੇ ਕਿਸ ਤਰ੍ਹਾਂ ਇਹਨਾਂ ਦੇ ਨਾਲ ਜੰਗ ਹੁੰਦਾ ਹੈ, ਇਹ ਵਿਚਾਰਾ ਹੁਣ ਆਪਾਂ ਆਰੰਭ ਕਰਕੇ ਸਰਵਣ ਕਰੀਏ। ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸਿਆਹੀ ਟਿੱਬੀ ਨਾਮ ਸੁਥਾਨ, ਚਿਨ੍ਹ ਤਹਾਂ ਅਬ ਲਗ ਹੈ ਜਾਣ। ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਚੀ ਟਿੱਬੀ ਤੇ ਬੈਠੇ ਸਨ, ਉੱਥੇ ਅੱਜ ਤੱਕ ਨਿਸ਼ਾਨੀ ਹੈ। ਉਸ ਨੂੰ ਕਾਲੀ ਟਿੱਬੀ ਕਹਿੰਦੇ ਹਨ। ਦੋਨੋਂ ਕਬਰਾਂ ਭਰੀ ਦਿਖਾਵਤਾ, ਜਿਨ ਦੇਖੇ ਸੋ ਆਣ ਬਤਾਵਤਾ। ਤੇ ਜਿੱਥੋਂ ਉਹਨਾਂ ਨੇ ਗੁਰੂ ਪਿਆਰਿਓ ਤੋਪ ਚਲਾਈ ਸੀ, ਉਸ ਤੋਪ ਦੇ ਕੋਲੋਂ ਦੋਨੇ ਤੁਰਕ ਜਿਹੜੇ ਮਾਰ ਕੇ ਨੱਪੇ ਪਏ ਹਨ, ਅੱਜ ਤੱਕ ਉਹ ਨਿਸ਼ਾਨੀ ਹੈ ਜੀ। ਇੱਕ ਸਤਿਗੁਰ ਸੋ ਸਿੱਖ ਸੰਸਕਾਰਾ, ਸੋ ਬੀਚਨ ਹੈ ਅਬ ਲਗੋ ਨਿਹਾਰਾ। ਇਧਰ ਜਿਹੜਾ ਸਿੱਖ ਦੇ ਨਾਲ ਗੋਲਾ ਵੱਜਿਆ ਸੀ ਆ ਕੇ, ਉਸ ਦਾ ਉੱਥੇ ਸੰਸਕਾਰ ਕਰ ਦਿੱਤਾ, ਉਹਦੀ ਵੀ ਨਿਸ਼ਾਨੀ ਉੱਥੇ ਸਬੂਤ ਦੇ ਤੌਰ ਤੇ ਮਾਨੋ ਬਣੀ ਹੋਈ ਹੈ। ਜਹਬਰਾ ਬੈਠੇ ਸੋ ਬੇਥਾਨ, ਬਿਦਤ ਹੈ ਸਿੱਖ ਭਿਖੋ ਸੁਜਾਨ। ਜਿੱਥੋਂ ਤੋਪ ਚਲਾਈ ਸੀ ਉੱਚੇ ਥਾਂ ਤੋਂ, ਉਹਨੂੰ ਕਾਲੀ ਟਿੱਬੀ ਕਹਿੰਦੇ ਆ, ਸਿਆਹੀ ਟਿੱਬੀ ਕਹਿੰਦੇ ਆ। ਇਧਰ ਜਿੱਥੇ ਮੇਰੇ ਪ੍ਰੀਤਮ ਉੱਚੇ ਥਾਂ ਤੇ ਬੈਠੇ ਸਨ, ਉਹ ਵੀ ਸਥਾਨ ਜਿਹੜਾ ਹੈ ਸੰਭਾਲ ਕੇ ਰੱਖਿਆ ਹੋਇਆ ਜੀ। ਦੋਹਰਾ ਨਿਸਾ ਪਈ ਪ੍ਰਭ ਸਿਵਰ ਮਹਿ, ਆਨ ਬਰਾਜੇ ਥਾਨ। ਅਖੀਰ ਰਾਤ ਪੈ ਗਈ। ਸਤਿਗੁਰੂ ਪਾਤਸ਼ਾਹ ਜੀ ਉਸ ਟਿੱਬੀ ਤੋਂ ਉਤਰ ਕੇ ਆਪਣੇ ਤੰਬੂ ਵਿੱਚ ਆ ਕੇ ਆਰਾਮ ਕਰਨ ਲੱਗੇ ਜੀ। ਖਾਣ ਪਾਣ ਕਰਕੇ ਭਲੇ ਪਾਉਣੇ ਗੁਰ ਭਗਵਾਨ। ਉਹ ਸ਼ਾਮਾਂ ਦਾ ਲੰਗਰ ਤਿਆਰ ਹੋਇਆ, ਸਭ ਨੇ ਛਕਿਆ, ਸਤਿਗੁਰਾਂ ਨੇ ਵੀ ਛਕਿਆ, ਆਰਾਮ ਕਰਨ ਲੱਗੇ ਜੀ। ਦੋਹਰਾ ਇਸ ਪ੍ਰਕਾਰ ਕੀਤਕ ਦਿਵਸਾ, ਬਸੇ ਬਸਤ ਨਿਰਮੋਹ। ਇਉਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਈ ਦਿਨ ਇਸ ਨਿਰਮੋਹ ਦੇ ਸਥਾਨ ਤੇ ਸਮਾਂ ਬਤੀਤ ਕੀਤਾ ਹੈ। ਕਬ ਕਬ ਚੜ ਕੇ ਖਾਲਸਾ, ਰਿਪ ਮੁਕਾਬਲੇ ਮੋਹੇ। ਕਦੇ ਕਦੇ ਖਾਲਸਾ ਫੌਜਾਂ ਜਿਹੜੀਆਂ ਜਾਂਦੀਆਂ ਹਨ ਦੁਸ਼ਮਣ ਨਾਲ ਦੋ ਹੱਥ ਕਰਦੀਆਂ,
ਮੁਕਾਬਲਾ ਕਰਦੀਆਂ, ਲੜਾਈ ਕਰਕੇ ਆ ਜਾਂਦੀਆਂ ਜੀ। ਸਾਹੋ ਹੁਕਮ ਸਰਹੰਦ ਮੈਂ ਆਇਓ, ਤਬ ਵਜ਼ੀਰ ਖਾਂ ਸਭ ਸੁਨ ਪਾਇਓ। ਔਰ ਔਰੰਗਜ਼ੇਬ ਦਾ ਭੇਜਿਆ ਹੋਇਆ ਸੁਨੇਹਾ ਹੁਕਮ ਚਿੱਠੀ ਜਿਹੜੀ ਹੈ ਹੁਣ ਵਜ਼ੀਰ ਖਾਨ ਸੂਬਾ ਸਰਹੰਦ ਨੂੰ ਜਦੋਂ ਮਿਲੀ ਹੈ। ਗਿਰਨ ਬਿਖਾ ਗੁਰ ਧੂਮ ਉਠਾਰੇ, ਤਹ ਤਮ ਜਾਹੋ ਲਿਹੋ ਦਲ ਭਾਰੀ। ਔਰ ਚਿੱਠੀ ਰਾਹੀਂ ਸੁਨੇਹਾ ਭੇਜਿਆ ਵਜ਼ੀਰ ਖਾਨ ਨੂੰ ਸੂਬਾ ਸਰਹੰਦ ਨੂੰ। ਕਹਿੰਦੇ ਪਹਾੜੀ ਇਲਾਕੇ 'ਚ ਗੁਰੂ ਗੋਬਿੰਦ ਸਿੰਘ ਨੇ ਬੜੀ ਧੁੰਮ ਮਚਾਈ ਹੋਈ ਆ, ਕਿਉਂਕਿ ਸਾਨੂੰ ਦੁਸ਼ਮਣ ਹਮੇਸ਼ਾ ਆਕੀ ਬਾਗੀ ਕਹੇਗਾ, ਭਾਵੇਂ ਅਸੀਂ ਆਪਣੇ ਹੱਕ ਮੰਗਦੇ ਹਾਂ। ਅੱਜ ਵੀ ਉਹੀ ਗੱਲ ਹੈ ਗੁਰੂ ਪਿਆਰਿਓ, ਉਹਨਾਂ ਸਮਿਆਂ ਦੇ ਵਿੱਚ ਵੀ ਤਾਂ ਗੁਰੂ ਸੰਸਾਰ ਦਾ ਭਲਾ ਕਰਨਾ ਚਾਹੁੰਦੇ ਸਨ, ਪਰ ਉਸ ਮੌਕੇ ਦੀਆਂ ਸਰਕਾਰਾਂ, ਮੁਗਲ ਸਰਕਾਰਾਂ, ਪਹਾੜੀ ਰਾਜੇ, ਇਹ ਵੀ ਇਸੇ ਤਰ੍ਹਾਂ ਗੁਰੂ ਸਾਹਿਬ ਦੇ ਮਗਰ ਪਏ ਹੋਏ ਸਨ। ਸਤਿਗੁਰੂ ਚਾਹੁੰਦੇ ਸਨ ਸਾਰੇ ਸੁਖੀ ਵਸਣ, ਪਰ ਸੰਸਾਰ ਨੂੰ ਕੁਝ ਹੋਰ ਮਨਜ਼ੂਰ ਸੀ, ਪਰ ਪਰਮੇਸ਼ਰ ਨੂੰ ਕੁਝ ਹੋਰ ਮਨਜ਼ੂਰ ਸੀ। ਇਸ ਤਰ੍ਹਾਂ ਗੁਰੂ ਪਿਆਰਿਓ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਥਾਏ ਚਿੱਠੀ ਵਿੱਚ ਲਿਖ ਕੇ ਭੇਜਿਆ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਬੜੀ ਧੁੰਮ ਮਚਾਈ ਹੈ, ਪਹਾੜੀ ਇਲਾਕੇ ਵਿੱਚ ਜਾ ਕੇ ਪਹਾੜੀ ਰਾਜਿਆਂ ਦੀ ਮਦਦ ਕਰੋ ਜੀ। ਮਿਲਹਿ ਗੁਰੂ ਤਾ ਮੇਲਨ ਕਰੋ, ਨਾਹੇ ਤੇ ਸਨਮੁਖ ਹਵਾ ਕਰ ਲਰੋ। ਔਰ ਜੇ ਤਾਂ ਗੁਰੂ ਗੋਬਿੰਦ ਸਿੰਘ ਸ਼ਰਨ ਵਿੱਚ ਆ ਜਾਵੇ, ਜੇ ਤਾਂ ਮਿਲਣਾ ਚਾਹੇ, ਕਿਉਂਕਿ ਜਿਹੜਾ ਪਹਿਲਾਂ ਮਿਲਣ ਦੀ ਗੱਲ ਕਰੂਗਾ ਉਸ ਨੂੰ ਝੁਕਣਾ ਪਵੇਗਾ। ਕਹਿੰਦਾ ਹੈ ਚਿੱਠੀ ਦੇ ਵਿੱਚ ਲਿਖ ਕੇ, ਜੇ ਗੁਰੂ ਝੁਕਦਾ ਹੈ ਮਿਲਣ ਦੇ ਲਈ ਤਾਂ ਉਸ ਨੂੰ ਆਪਣੇ ਨਾਲ ਲਾ ਲਓ ਜੀ। ਸੋਨਾ ਸਰਹੰਦਾ ਕਸੂਬਾ ਤਬੈ, ਤਿਆਰੀ ਕਰੀ ਚੜਨ ਕੀ ਸਬੈ। ਜੇ ਨਹੀਂ ਝੁਕਦਾ ਗੁਰੂ ਗੋਬਿੰਦ ਸਿੰਘ ਤਾਂ ਉਹਦੇ ਨਾਲ ਜੰਗ ਵਿੱਢ ਲਓ, ਲੜਾਈ ਕਰੋ। ਇਹ ਚਿੱਠੀ ਦੇ ਸੁਨੇਹਾ ਸੁਣਦਿਆਂ ਹੀ ਔਰੰਗਜ਼ੇਬ ਦਾ ਸੂਬੇ ਸਰਹੰਦ ਨੇ ਤਿਆਰੀ ਕਰਵਾਈ ਜੀ। ਦੂਰ ਦੂਰ ਤੇ ਚਮੂ ਸਕੇਲਾ, ਗਜ ਬਾਜਨ ਪਰ ਜੀਨਨ ਮੇਲਾ। ਔਰ ਇਸ ਤਰ੍ਹਾਂ ਸੂਬਾ ਸਰਹੰਦ ਨੇ, ਵਜ਼ੀਰ ਖਾਨ ਨੇ ਆਸੇ ਪਾਸੇ ਦੇ ਸੂਬੇਦਾਰਾਂ ਦੀਆਂ ਫੌਜਾਂ ਵੀ ਮੰਗਵਾ ਲਈਆਂ ਹਨ। ਔਰ ਘੋੜਿਆਂ, ਘੋੜੀਆਂ ਤੇ ਕਾਠੀਆਂ, ਗਜਾਂ ਤੇ ਕਾਠੀਆਂ, ਹਾਥੀਆਂ ਤੇ ਕਸ ਲਈਆਂ ਜੀ। ਲਾਖਾਂ ਸਪਾਟ ਜੋਰ ਕਰ ਚੜਿਆ, ਦੰਦਬਾ ਬਜਿਓ ਵੀਰ ਰਸ ਬੜਿਓ। ਲੱਖਾਂ ਦੀ ਗਿਣਤੀ ਵਿੱਚ ਕਰਕੇ ਫੌਜ ਇਕੱਠੀ ਵਜ਼ੀਰ ਖਾਨ ਸੂਬਾ ਸਰਹੰਦ ਜਿਹੜਾ ਹੈ ਚੱਲ ਪਿਆ ਜੀ। ਚੱਲ ਨਿਸ਼ਾਨ ਸੈਂਕਰੇ ਆਗੇ, ਬਾਦਤ ਬਦਨ ਸੈਂਕਰੇ ਲਾਗੇ। ਔਰ ਇਸ ਦੀ ਫੌਜ ਦੇ ਅੰਦਰ ਸੈਂਕੜੇ ਨਿਸ਼ਾਨ ਝੂਲਦੇ ਆ ਰਹੇ ਹਨ, ਔਰ ਸੈਂਕੜੇ ਹੀ ਬਾਜੇ ਵੱਜਦੇ, ਨਗਾਰੇ ਵੱਜਦੇ। ਵਜ਼ੀਰ ਖਾਨ ਸਰਹੰਦ ਜਿਹੜਾ ਹੈ ਆਨੰਦਪੁਰ ਵੱਲ, ਪਹਾੜਾਂ ਵੱਲ ਨੂੰ ਚਾਲੇ ਪਾਉਂਦਾ ਜੀ। ਮਨਹਾ ਸਮੁੰਦਰ ਉਮਟ ਕਰ ਚਾਲਾ, ਪੈਦਲ ਬਸਰੇ ਜਹ ਜਲ ਜਾਲਾ। ਔਰ ਇਤਨੀ ਫੌਜ ਹੈ ਵਜ਼ੀਰ ਖਾਨ ਦੇ ਨਾਲ, ਜਿਵੇਂ ਮਾਨੋ ਸਮੁੰਦਰ ਦਾ ਕਿਨਾਰਾ ਟੁੱਟ ਕੇ ਪਾਣੀ ਫੈਲ ਗਿਆ ਹੋਵੇ। ਏਦਾਂ ਘੋੜ ਸਵਾਰ, ਪੈਦਲ ਸਵਾਰ ਫੌਜਾਂ ਜਿਹੜੀਆਂ ਹਨ ਜੰਗਲ ਦੇ ਵਿੱਚ ਦੂਰ ਤੱਕ, ਕਿਲੋਮੀਟਰ ਤੱਕ ਫੈਲੀਆਂ ਹੋਈਆਂ ਆ ਰਹੀਆਂ ਜੀ। ਨਕਰ ਮਤੰਗਾ ਮਛ ਬੜ ਕੋਰੇ, ਬੜਵਾ ਅਗਨ ਸ਼ਾਸਤਰ ਚਹੁ ਔਰੇ। ਔਰ ਹਾਥੀ ਮਾਨੋ ਤੰਦੂਏ ਤੇ ਘੋੜੇ ਮਾਨੋ ਵੱਡੇ ਮਗਰ ਮੱਛਾਂ ਦੀ ਨਿਆਈ। ਔਰ ਬੜਵਾ ਭਾਵ ਘੋੜੀਆਂ ਜਿਹੜੀਆਂ ਹਨ ਉਹ ਅਗਨੀ ਦੀਆਂ ਨਾਲਾਂ ਤੁਰੀਆਂ ਆ ਰਹੀਆਂ ਹਨ। ਤੁਮਲ ਵਟੇ ਤਰੰਗ ਉਠੰਤੇ, ਬਾਦਨਾਦ ਬੜ ਜਾਉ ਗਰਜੰਤੇ। ਇਸ ਤਰ੍ਹਾਂ ਗੁਰੂ ਪਿਆਰੋ ਫੌਜੀਆਂ ਨੇ ਵੱਡੀਆਂ ਵੱਡੀਆਂ ਮਾਨੋ ਫੌਜੀਆਂ ਦੇ ਦਸਤੇ, ਵੱਡੀਆਂ ਸਮੁੰਦਰ ਦੀਆਂ ਲਹਿਰਾਂ ਹਨ। ਬਾਜੀਆਂ ਦੀ ਆਵਾਜ਼ ਮਾਨੋ ਸਮੁੰਦਰ ਗੂੰਜਦਾ ਹੈ, ਗਰਜਦਾ ਹੈ। ਭਾਵ ਇੱਕ ਸਮੁੰਦਰ ਦਾ ਇਹ ਨਕਸ਼ਾ ਖਿੱਚਿਆ ਭਾਈ ਸਾਹਿਬ ਨੇ ਕਿ ਹਾਥੀ ਮਾਨੋ ਤੰਦੂਏ ਦੀ ਨਿਆਈ ਜਿਹੜਾ ਪਾਣੀ 'ਚ ਰਹਿਣ ਵਾਲਾ ਹੈ, ਘੋੜੇ ਮਾਨੋ ਮਗਰ ਮੱਛਾਂ ਦੀ ਨਿਆਈ, ਤੇ ਘੋੜੀਆਂ ਮਾਨੋ ਅਗਨੀ ਕੱਢਣ ਵਾਲੇ ਜਾਨਵਰ। ਵੜਵਾ ਅਗਨੀ ਇਹ ਵੀ ਸਮੁੰਦਰ ਵਿੱਚ ਪੈਦਾ ਹੁੰਦੀ ਆ ਜਦੋਂ ਸਮੁੰਦਰ ਵਿੱਚ ਅੱਗ ਲੱਗਦੀ ਆ। ਇਸ ਤਰ੍ਹਾਂ ਭਾਈ ਸਾਹਿਬ ਜੀ ਕਹਿੰਦੇ ਫੌਜੀਆਂ ਦੇ ਦਸਤੇ ਮਾਨੋ ਜਿਵੇਂ ਵੱਡੀਆਂ ਵੱਡੀਆਂ ਲਹਿਰਾਂ ਹੋਣ। ਕਤ ਮੰਜ਼ਲ ਪਰ ਮੰਜ਼ਲ ਸਦਾਏ, ਰੋਪੜ ਵਿਖੇ ਤਵੈ ਚਲੇ ਆਏ। ਔਰ ਕਹਿੰਦੇ ਵਜ਼ੀਰ ਖਾਨ ਬੜੀ ਤੇਜ਼ੀ ਦੇ ਨਾਲ ਮੰਜ਼ਲਾਂ ਮਾਰਦਾ ਹੋਇਆ
ਗੁਰੂ ਪਿਆਰੋ ਚੱਲ ਕੇ ਸਰਹੰਦ ਤੋਂ ਰੋਪੜ ਵੱਲ ਆਇਆ ਹੈ ਜੀ। खबर गई गिरपत के पासे कलगी धर बेसन दल रासे। ਔਰ ਇਸ ਦੇ ਆਉਣ ਦਾ ਪਤਾ ਪਹਾੜੀ ਰਾਜਿਆਂ ਨੂੰ ਵੀ ਲੱਗਿਆ ਹੈ ਔਰ ਇਹਦੀ ਆਉਣ ਦਾ ਖਬਰ ਜਿਹੜੀ ਹੈ ਕਲਗੀਧਰ ਪਾਤਸ਼ਾਹ ਜੀ ਨੂੰ ਵੀ ਸਿੱਖਾਂ ਨੇ ਦੱਸਣੀ ਕੀਤੀ ਹੈ। रन बड़ की क्यारी बहुकीना गुल का अरब रूद सोलीना। ਔਰ ਪਤਾ ਲੱਗਿਆ ਕਿ ਵਜ਼ੀਰ ਖਾਂ ਜੰਗ ਦੇ ਮੈਦਾਨ ਵਾਸਤੇ ਬਹੁਤ ਸਾਰਾ ਸਾਜੋ ਸਮਾਨ ਸ਼ਸਤਰ ਆਦਿ ਤਿਆਰ ਕਰਕੇ ਗੋਲੀ ਛਿੱਕਾ ਬਰੂਦ ਆਦि ਲੈ ਚਲਿਆ ਹੈ ਜੀ। उतते सगल गिरीश्वर आए इतते तर्क अगन रे पताए। ਔਰ ਉਧਰੋਂ ਪਹਾੜੀਆਂ ਨੂੰ ਵੀ ਹੱਲਾਸ਼ੇਰੀ ਮਿਲੀ ਆ, ਉਹ ਵੀ ਇਕੱਠੇ ਹੋ ਕੇ ਹੁਣ ਰੋਪੜ ਵਾਲੇ ਦੇ ਨਾਲ ਮਿਲਣ ਵਾਸਤੇ ਆ ਰਹੇ ਨੇ। ਇਧਰੋਂ ਇਹ ਵੀ ਗੁਰੂ ਪਿਆਰਿਓ ਅੱਗ ਦੀ ਨਿਆਈ ਜਿਵੇਂ ਅੱਗ ਦਾ ਭਾਂਬੜ ਅੱਗੇ ਵਧਦਾ ਹੈ, ਤੁਰਕ ਜਿਹੜੇ ਵਾਧੇ ਆ ਰਹੇ ਹਨ। भयो पेड़ गाढ़ हो संग्रामू केतक गिनी है वीरन नामू। ਭਾਈ ਸਾਹਿਬ ਕਹਿੰਦੇ ਮੈਂ ਹੁਣ ਨਾਮ ਤਾਂ ਕੀ ਦੱਸਾਂ ਤੁਹਾਨੂੰ, ਗਿਣਤੀ ਕੋਈ ਨਹੀਂ ਹੈ, ਪਰ ਭਿਆਨਕ ਜੰਗ ਆਰੰਭ ਹੋਇਆ ਹੈ ਜੀ। भीम चंद सुन सैन बिलांदा भूम चंद हंडूर आनंद। ਇਹ ਰਾਜਾ ਭੀਮ ਚੰਦ ਕਹਿਲੂਰੀਆ ਅਤੇ ਹੰਡੂਰੀਆ ਰਾਜਾ ਭੂਮ ਚੰਦ ਆਦਿ ਇਹ ਸਾਰੇ ਬੜੇ ਖੁਸ਼ ਹੋਏ ਬਈ ਸਾਨੂੰ ਹੁਣ ਮਦਦ ਮਿਲ ਗਈ ਹੈ, ਹੁਣ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਫੜ ਲਵਾਂਗੇ। अब गुर कहाँ जाए फिर रह दुर्ग ना कोट मवासा लह। ਪਹਿਲਾਂ ਤਾਂ ਇਹਨਾਂ ਦੇ ਕੋਲ ਕਿਲਾ ਸੀਗਾ, ਕਿਲੇ ਦੇ ਵਿੱਚ ਬੈਠੇ ਸਨ, ਉਦੋਂ ਤਾਂ ਫੌ ਨਹੀਂ ਸੀ ਪੈਂਦਾ, ਪਰ ਹੁਣ ਤਾਂ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਕਿੱਥੇ ਜਾਣ ਦੇਵਾਂਗੇ। चौंतीस ते घेर है गैल है नाही ता बीच कटह कर दे है। ਔਰ ਇੰਨੀ ਫੌਜ ਸਾਡੇ ਕੋਲ ਆ ਗਈ ਹੈ, ਜਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਘੇਰਾ ਪਾ ਕੇ ਫੜ ਲਵਾਂਗੇ ਜਾਂ ਫਿਰ ਕੱਟਾ ਵੱਢ ਕਰ ਦੇਵਾਂਗੇ। दीर्घ लश्कर तरकन केरा चह हकार है अपर कनेरा। ਔਰ ਸਾਡੇ ਕੋਲੇ ਕਿਤਨਾ ਵੱਡਾ ਲਸ਼ਕਰ ਆ ਗਿਆ ਤੁਰਕਾਂ ਦਾ ਵਜ਼ੀਰ ਖਾਨ ਦੇ ਨਾਲ, ਹੁਣ ਤਾਂ ਨਹੀਂ ਅਸੀਂ ਹਾਰਦੇ। ਇਹਨਾਂ ਨੂੰ ਇੱਕ ਵਾਰੀ ਫੇਰ ਹੰਕਾਰ ਹੋਇਆ ਭੀਮ ਚੰਦ ਵਰਗਿਆਂ ਨੂੰ। इत दसते और डहम पर उतते शाहू चमू बडलर। ਇਧਰੋਂ ਗੁਰੂ ਪਿਆਰਿਓ ਓਡ ਹੁੰਦਾ ਬੇਅੰਤ ਲਸ਼ਕਰ, ਵੱਡਾ ਲਸ਼ਕਰ ਲੜਨ ਵਾਸਤੇ ਆ ਗਿਆ ਹੈ ਪਹਾੜੀਆਂ ਦਾ। ਇਹਨਾਂ ਨੇ ਆਪਣੀ ਬਚੀ ਖੁਚੀ ਫੌਜ ਇਕੱਠੀ ਕਰ ਲਈ ਹੈ ਦੁਬਾਰਾ। ਉਧਰੋਂ ਔਰੰਗਜ਼ੇਬ ਦੀ ਫੌਜ ਆ ਗਈ ਜੀ। एक साता भाटा दे कर तिस नाल अपर सच्चवा भजयो तत्काल। ਔਰ ਭੀਮ ਚੰਦ ਨੇ 100 ਸਿਪਾਹੀ ਦੇ ਨਾਲ ਇੱਕ ਵਜ਼ੀਰ ਨੂੰ ਅੱਗੋਂ ਵਜ਼ੀਰ ਖਾਨ ਨੂੰ ਮਿਲਣ ਲਈ ਭੇਜਿਆ ਹੈ। आछे मक्को लश्कर ल्यावहो सूबे साथ सलाम अलावहो। ਜਾ ਭਾਈ ਜਾ, ਤੂੰ ਵਜ਼ੀਰ ਖਾਨ ਨੂੰ ਸਾਡੇ ਵੱਲੋਂ ਸਲਾਮ ਕਰੀ ਔਰ ਉਹਨਾਂ ਨੂੰ ਚੰਗੇ ਰਸਤੇ ਰਾਹੀਂ ਇੱਧਰ ਨੂੰ ਲੈ ਕੇ ਆ। ਇਸ ਨੇ ਇੱਕ ਵਜ਼ੀਰ ਦੇ ਨਾਲ 100 ਫੌਜੀਆਂ ਦਾ ਜਥਾ ਭੇਜਿਆ ਹੈ ਜੀ। सकल वार्ता देहो समझाए पुरते बहर गुरु एक थाहे। ਔਰ ਜਾ ਕੇ ਦੱਸ ਦੇ ਵਜ਼ੀਰ ਖਾਂ ਹੋਰਿਆਂ ਨੂੰ ਕਿ ਪਿੰਡ ਤੋਂ ਬਾਹਰ ਇੱਕ ਥਾਂ ਤੇ ਜਿਹੜਾ ਹੈ ਗੁਰੂ ਸਾਹਿਬ ਬੈਠੇ ਹਨ ਔਰ ਉਧਰ ਨੂੰ ਲੈ ਕੇ ਆਓ ਜੀ। कहन सो कहना ताहे को जाना लरबे जतन बड़ो नह ठाना। ਔਰ ਕਹਿੰਦਾ ਭੀਮ ਚੰਦ ਜਾ ਕੇ ਦੱਸ ਉਹਨਾਂ ਨੂੰ ਕਿ ਫੜਨਾ ਬੜਾ ਸੌਖਾ ਹੈ, ਹੁਣ ਤਾਂ ਬਾਹਰ ਮੈਦਾਨ ਵਿੱਚ ਬੈਠੇ ਹਨ। इतते हम आवह दल मेला उतते आप काली है हेला। ਕਹਿੰਦਾ ਰੋਪੜ ਵਾਲੇ ਪਾਸਿਓ ਤੁਸੀਂ ਘੇਰਾ ਪਾ ਲਓ ਤੇ ਇਧਰ ਪਹਾੜਾਂ ਵਾਲੇ ਪਾਸਿਓ ਆਨੰਦਪੁਰ ਸਾਹਿਬ ਵਾਲੇ ਪਾਸਿਓ ਅਸੀਂ ਆਉਂਦੇ ਹਾਂ। दे जापता को दर पठायो तोरन सच्चव तर्क पह आयो। ਔਰ ਇਸ ਤਰ੍ਹਾਂ ਯਾਫਤ ਹੁੰਦਾ ਹੈ ਰਿਸ਼ਵਤ, ਭਾਵ ਪ੍ਰਾਹੁਣਾਚਾਰੀ, ਭਾਵ ਸੂਬੇਦਾਰ ਨੂੰ ਖੁਸ਼ ਕਰਨ ਵਾਸਤੇ ਬਹੁਤ ਸਾਰਾ ਸਮਾਨ ਦੇ ਕਰਕੇ ਵਜ਼ੀਰ ਨੂੰ ਭੇਜਣਾ ਕਰਦਾ ਹੈ ਜੀ। घात अनेक बतावत ल्याए दल मुकाबले पास मदाए। ਔਰ ਇਹ ਮੰਤਰੀ ਜਿਹੜਾ ਭੇਜਿਆ ਹੈ ਗੁਰੂ ਪਿਆਰਿਓ ਵਜ਼ੀਰ ਖਾਨ
ਸਮਝਾ ਕਰਕੇ ਅਨੇਕਾਂ ਤਰ੍ਹਾਂ ਦੇ ਦਾ ਤੁਸੀਂ ਇੱਧਰ ਦੀ ਘੇਰਾ ਪਾ ਲਿਓ, ਅਸੀਂ ਇੱਧਰ ਦੀ ਪਾ ਲਾਂਗੇ, ਗੁਰੂ ਗੋਬਿੰਦ ਸਿੰਘ ਨੂੰ ਘੇਰੇ ਵਿੱਚ ਲੈ ਲਵਾਂਗੇ, ਹੁਣ ਤਾਂ ਆਪਾਂ ਭੱਜਣ ਨਹੀਂ ਦੇਵਾਂਗੇ, ਇਹ ਨਿਤ ਨਿਤ ਦਾ ਰੇੜਕਾ ਖਤਮ ਕਰ ਲਵਾਂਗੇ। ਅਨੇਕਾਂ ਤਰ੍ਹਾਂ ਦੇ ਵਜ਼ੀਰ ਭੀਮ ਚੰਦ ਦਾ ਵਜ਼ੀਰ ਹੈ ਜਿਹੜਾ ਵਜ਼ੀਰ ਖਾਨ ਸਰਹੰਦ ਵਾਲੇ ਨੂੰ ਸਮਝਾਉਂਦਾ ਹੋਇਆ ਤੇ ਲੈ ਆ ਰਿਹਾ ਹੈ ਜੀ। ਇੱਕ ਦਸ ਤਰਕ ਕਾਲ ਕਮਸਾਨਾ ਦੇਸਾ ਦੋਸਰ ਦਾ ਅਚਲ ਮਹਾਨਾ। ਇੱਕ ਪਾਸੇ ਤੁਰਕ ਜਿਹੜੇ ਹਨ ਇਹ ਹਮਲਾ ਕਰ ਦੇਣਗੇ ਤੇ ਦੂਜੇ ਪਾਸਿਓਂ ਜਿਹੜਾ ਹੈ ਪਹਾੜੀਏ ਹਮਲਾ ਕਰ ਦੇਣਗੇ ਜੀ। ਬਾਜਨ ਲਗੀ ਬੰਦੂਕ ਵਡੇਰੇ ਰੁਪਿਓ ਖਾਲਸਾ ਕਰੇ ਦਲੇਰੇ। ਅਖੀਰ ਗੁਰੂ ਪਿਆਰਿਓ ਇਹਨਾਂ ਦੁਸ਼ਟਾਂ ਨੇ ਆਕਾਸ਼ੀ ਫੈਰ ਵੀ ਕਰਨੇ ਸ਼ੁਰੂ ਕੀਤੇ, ਇਹ ਦੱਸਣ ਵਾਸਤੇ ਕਿ ਸਾਡਾ ਬਹੁਤ ਵੱਡਾ ਦਲ ਆ ਗਿਆ ਹੈ ਤੇ ਖਾਲਸੇ ਦੇ ਕੰਨ ਵਿੱਚ ਇਹਨਾਂ ਦੀ ਆਵਾਜ਼ ਪਈ ਹੈ। ਖਾਲਸਾ ਵੀ ਤਿਆਰ ਪਰ ਤਿਆਰ ਹੋਇਆ ਹੈ। ਦੋਹੈ ਦੇਸ ਤੇ ਲਸਕਰ ਵਡ ਆਇਓ ਤੋ ਨ ਤਰਾਸ ਕਛੂ ਮਨ ਪਾਇਓ। ਸਰਬ ਕਲਾ ਸਤ ਸਮਰੱਥ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀਆਂ ਖਾਲਸਾ ਫੌਜਾਂ ਸਤਿਗੁਰਾਂ ਦੇ ਕੋਲ ਨੇ ਨਿਰਮੋਹ ਦੇ ਸਥਾਨ ਤੇ ਇਕੱਤਰ ਹੋਈਆਂ, ਡਰਦੀਆਂ ਨਹੀਂ, ਭਾਵੇਂ ਦੋਨੇ ਪਾਸੋਂ ਇਹਨਾਂ ਨੇ ਬਿਉਂਤ ਬਣਾ ਕੇ ਹਮਲਾ ਕਰਨ ਦੀ ਤਿਆਰੀ ਕੀਤੀ ਹੈ। ਮਿਰਗ ਝੁੰਡਨ ਮਹਿਕੇ ਹਿਰਮਤੇ ਨਿਰਪੈ ਤਥਾ ਰਸ ਵੀਰ ਸੋਰਤੇ। ਹੁਣ ਤੁਸੀਂ ਦੱਸੋ ਨਾ ਭਲਾ ਕਦੇ ਮਿਰਗਾਂ ਦਾ ਝੁੰਡ ਜੇ ਹੋਵੇ ਤੇ ਸ਼ੇਰ ਉਹਨਾਂ ਤੋਂ ਡਰ ਜਾਵੇਗਾ? ਇੱਕੋ ਹੀ ਸ਼ੇਰ ਪਾਖੀ ਹੈ ਜੰਗਲ ਦੇ ਸਾਰੇ ਜੰਗਲੀ ਜਾਨਵਰਾਂ ਦੇ ਲਈ, ਤੇ ਇੱਥੇ ਤਾਂ ਬੇਅੰਤ ਹੀ ਸ਼ੇਰ ਆ ਖਾਲਸਾ ਜੀ ਦੇ ਰੂਪ ਵਿੱਚ। ਇਸ ਕਰਕੇ ਇਹਨਾਂ ਦਾ ਖਿਆਲ ਹੈ ਕਿ ਅਸੀਂ ਗਿਣਤੀ 'ਚ ਬਹੁਤੇ ਹਾਂ, ਪਰ ਸਤਿਗੁਰ ਪਾਤਸ਼ਾਹ ਜੀ ਦਾ ਵਰ ਹੈ ਕਿ 1.25 ਲੱਖ ਸੇ ਏਕ ਲੜਾਊ ਤਵੈ ਗੋਬਿੰਦ ਸਿੰਘ ਨਾਮ ਕਹਾਊ। ਇਧਰ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸੇ ਤਿਆਰ ਪਰ ਤਿਆਰ ਹੈ ਜੰਗ ਕਰਨ ਦੇ ਲਈ ਜੀ। ਸੰਗਤ ਦੀਪ ਮਾਲ ਕੇ ਮੇਲੇ ਹਿਤ ਦਰਸ਼ਨ ਕੇ ਭਈ ਸਕੇਲੇ। ਔਰ ਗੁਰੂ ਪਿਆਰਿਓ ਸੰਗਤਾਂ ਜਿਹੜੀਆਂ ਉੱਤੇ ਅੱਗੋਂ ਨੇੜੇ ਦੀਵਾਲੀ ਆ ਰਹੀ ਹੈ, ਦੀਵਾਲੀ ਦੇ ਮੇਲੇ ਵਾਸਤੇ ਵੀ ਸੰਗਤ ਇਕੱਠੀ ਹੋ ਰਹੀ ਸੀ। ਤਿੰਨ ਮਹਿ ਹੋਤੇ ਜੋ ਆਯੁਧ ਤਾਰੇ ਸੋਨਾ ਗੁਰ ਸੰਗ ਹੋਏ ਰਨ ਪਾਰੇ। ਔਰ ਦੀਵਾਲੀ ਦੇ ਮੇਲੇ ਤੇ ਬਹੁਤ ਸੰਗਤਾਂ ਆ ਰਹੀਆਂ ਸਨ, ਉਹਨਾਂ ਵਿੱਚੋਂ ਜਿਹੜੇ ਸ਼ਸਤਰਧਾਰੀ ਸਨ, ਜਿਹੜੇ ਸ਼ਸਤਰ ਚਲਾਉਣ ਵਾਲੇ ਨੌਜਵਾਨ ਯੋਧੇ ਸਨ, ਉਹ ਵੀ ਗੁਰੂ ਸਾਹਿਬ ਦੇ ਨਾਲ ਹੋ ਗਏ ਹੁਣ ਜੰਗ ਦਾ ਗੱਲ ਸੁਣ ਕੇ। ਦਰਸ਼ਨ ਪਰਸਤ ਪਾਵਨ ਹੋਏ ਹਾਥ ਜੋਰ ਸੋ ਅਗਰ ਖਰੋਏ। ਪਹਿਲਾਂ ਉਹਨਾਂ ਨੇ ਆ ਕੇ ਦਰਸ਼ਨ ਕੀਤੇ, ਨਮਸਕਾਰਾਂ ਕੀਤੀਆਂ, ਫਿਰ ਬੇਨਤੀ ਕਰਦੇ ਹਨ। ਸ਼੍ਰੀ ਪ੍ਰਪੇਖ ਕਰਕੇ ਸੰਗਰਾਮੋ ਗਮਨ ਬਾਹਰ ਆਪਣੇ ਤਾਮੋ। ਔਰ ਗੁਰੂ ਪਿਆਰਿਓ ਉਹ ਨਮਸਕਾਰ ਕਰਕੇ ਦਰਸ਼ਨ ਕਰਕੇ ਕੁਝ ਰਹਿ ਗਏ ਹਨ ਜੰਗ ਦੇ ਮੈਦਾਨ ਵਾਸਤੇ ਤੇ ਕੁਝ ਚਲੇ ਗਏ ਜੀ। ਤੁਰਕਨ ਲਸਕਰ ਆਵਤ ਸੁਣਿਓ ਕਾਂਗੀ ਤਰ ਪ੍ਰਸੰਨ ਹਵੈ ਬਣਿਓ। ਔਰ ਜਦੋਂ ਤੁਰਕਾਂ ਦੇ ਆਉਣ ਦਾ ਪਤਾ ਲੱਗਿਆ ਧੰਨ ਗੁਰੂ ਗੋਬਿੰਦ ਸਿੰਘ ਜੀ ਖੁਸ਼ੀ ਵਿੱਚ ਆ ਕੇ ਕਹਿਣ ਲੱਗੇ ਜੀ। ਸ਼ਸਤਰ ਧਰਨ ਕਾ ਧਰਮ ਨਹੀਂ ਹੈ ਰੇ ਪੰਨ ਹਤਨ ਤੇਨ ਔਰ ਨਹੀਂ ਹੈ। ਔਰ ਸਿੱਖਾਂ ਨੂੰ ਇਹ ਵੀ ਨਾਲ ਦੱਸਦੇ ਹੈ ਕਿ ਛਤਰੀ ਦਾ ਧਰਮ ਹੀ ਸ਼ਸਤਰ ਚਲਾਉਣਾ ਹੈ, ਜਾਂ ਦੁਸ਼ਮਣ ਆ ਜਾਵੇ ਮਰਨਾ ਜਾਂ ਮਾਰਨਾ, ਇਹੀ ਛਤਰੀ ਦਾ ਧਰਮ ਹੈ। ਤੇ ਬਾਬਾ ਨਾਨਕ ਜੀ ਬਾਣੀ ਵਿੱਚ ਲਿਖਦੇ ਹਨ, ਇਹ ਜਦੋਂ ਭਾਰਤ ਦੇਸ਼ ਗੁਲਾਮ ਹੋਇਆ ਸੀ ਉਦੋਂ ਕੀ ਹਾਲ ਸੀ? ਛਤਰੀਆਂ ਤੇ ਧਰਮ ਛੋੜਿਆ ਮਲੇਸ਼ ਭਾਖੇ ਆ ਗਈ। ਤੇ ਮਲੇਸ਼ ਦਾ ਮਤਲਬ ਦੁਨੀਆ ਨੇ ਤਾਂ ਮੁਸਲਮਾਨ ਕੱਢਿਆ ਤੇ ਕਾਫਰ ਹਿੰਦੂ ਕੱਢਿਆ, ਪਰ ਅਸਲ ਵਿੱਚ ਜਿਹੜਾ ਗੁਰਮਤ ਕਹਿੰਦੀ ਹੈ ਮਲੇਸ਼ ਦਾ ਮਤਲਬ ਜੋ ਮਾੜੀ ਸਲਾਹ ਰੱਖਦਾ, ਮਾੜੀ ਸੋਚ ਰੱਖਦਾ, ਮਾੜੀ ਇੱਛਾ ਰੱਖਦਾ। ਬਹੁਤ ਸਾਰੇ ਹਿੰਦੂ ਵੀ ਮਲੇਸ਼ ਹੈ ਤੇ ਬਹੁਤ ਸਾਰੇ ਮੁਸਲਮਾਨ ਵੀ ਕਾਫਰ ਹੋਣਗੇ। ਕਾਫਰ ਜਿਹੜਾ ਆਪਣੇ ਰਸਤੇ ਤੋਂ ਭਟਕਿਆ ਹੋਇਆ, ਕੋਈ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਗੁਰੂ ਪਿਆਰਿਓ ਗੁਰੂ ਗੋਬਿੰਦ ਸਿੰਘ ਜੀ ਸਮਝਾਉਂਦੇ ਆ ਕਿ ਅਸੀਂ ਛਤਰੀ ਹਾਂ ਔਰ ਛਤਰੀਆਂ ਦਾ ਧਰਮ ਹੈ ਸ਼ਸਤਰ ਚਲਾਉਣਾ। ਇਸੇ ਦੇ ਵਿੱਚ ਹੀ ਸਾਡੀ ਛਤਰੀ ਪਣੇ ਦੀ ਮੁਕਤੀ ਹੈ। ਵਰ ਕਰਤੇ ਸਭ ਕਿਛ ਵਰ ਪਾਵਹ ਜਸ ਜੀਵਤਾ ਮ੍ਰਿਤਾ ਸੋ ਪਰ ਜਾਵਹ। ਔਰ ਜਿਹੜਾ ਹੈ ਛਤਰੀ ਜਿੰਨਾ ਚਿਰ ਜਿਉਂਦਾ ਹੈ ਸ਼ਸਤਰ ਚਲਾਉਂਦਾ ਹੋਇਆ ਤਾਂ ਵੀ ਸਿਫਤ ਮਿਲਦੀ ਹੈ, ਤੇ ਜੇ ਜੰਗ ਦੇ ਮੈਦਾਨ ਵਿੱਚ ਲੜਦਾ ਹੋਇਆ ਸ਼ਹੀਦੀ ਪਾਉਂਦਾ ਹੈ
ਇਸ ਵਰਗਾ ਨੂੰ ਜਾਂਦਾ ਹੈ, ਸੁਰਲੋਕ ਨੂੰ ਭਾਵ ਮੁਕਤ ਹੁੰਦਾ ਹੈ। ਮੈਂ ਬਾਲੀ ਦੋ ਲੋਕਨ ਮਾਹੀ, ਅਨਹੋਰ ਪਨ ਕੋ ਮਿਟਹੀ ਨਾਹੀ। ਔਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਮੈਂ ਤੁਹਾਡਾ ਦੋਹਾਂ ਲੋਕਾਂ ਦਾ ਵਾਲੀ ਹਾਂ, ਸਹਾਇਕ ਹਾਂ। ਵੈਰੀਆਂ ਨੂੰ ਮਾਰੋ, ਛੱਡਣਾ ਨਹੀਂ। ਇਹਨਾਂ ਸੂਰਬੀਰਾਂ ਨੂੰ, ਯੋਧਿਆਂ ਨੂੰ, ਆਪਣੀਆਂ ਫੌਜਾਂ ਨੂੰ ਪਾਤਸ਼ਾਹ ਐਸੀ ਪ੍ਰੇਰਨਾ ਕਰਦੇ ਹਨ। ਸੋਪਟ ਅਰਹ ਅਗਾਰੀ ਹੋਏ, ਕਰੀ ਮੋਰਚੇ ਬੰਦੀ ਸੋਏ। ਇਸ ਤਰ੍ਹਾਂ ਉਹ ਸੂਰਮੇ, ਜਿਨ੍ਹਾਂ ਸੂਰਬੀਰਾਂ ਨੇ ਮੋਰਚੇ ਬੰਦੀ ਵੀ ਕੀਤੀ ਹੋਈ ਹੈ, ਉਹ ਸੂਰਮੇ ਵੀ ਅੱਗੇ ਹੋ ਕੇ ਲੜਨਾ ਚਾਹੁੰਦੇ ਸਨ ਪਾਤਸ਼ਾਹ ਜੀ ਦਾ ਹੁਕਮ ਲੈ ਕਰਕੇ। ਸਤਿਗੁਰ ਕਹਿਓ ਅਗਰ ਨਹਿ ਜਾਵਹੋ, ਜਵਾਲਾ ਬਮਨੀ ਥਰੇ ਚਲਾਵਹੋ। ਬਾਦਸ਼ਾਹ ਕਹਿੰਦੇ ਮੋਰਚਾ ਨਹੀਂ ਛੱਡਣਾ, ਆਪਣੇ ਮੋਰਚੇ ਵਿੱਚ ਬੈਠ ਕੇ ਬੰਦੂਕ ਦੇ ਨਾਲ ਨਿਸ਼ਾਨੇ ਲਾਉਣੇ ਆਪਾਂ, ਦੁਸ਼ਮਣ ਦੀ ਹਿੱਕ 'ਚ ਹਲੇ ਨਹੀਂ ਵੱਜਣਾਗਾ। ਜਦ ਦੁਸ਼ਮਣ ਨੇੜੇ ਆਵੇਗਾ ਫਿਰ ਦੇਖਾਂਗੇ। ਆਪਣੇ ਮੋਰਚੇ ਵਿੱਚ ਬੈਠ ਕੇ ਮੁਕਾਬਲਾ ਕਰੋ ਜੀ। ਦੁਸ਼ਮਨ ਨਹੀਂ ਟਿਕਨ ਹੋਇ ਸਕਹੀ, ਅਗਰ ਬਦ ਹੈ ਹੱਥ ਤੁਪਕਨ ਤਕਹੀ। ਜਦੋਂ ਤੁਸੀਂ ਬੰਦੂਕਾਂ ਚਲਾਓਗੇ ਤੇ ਦੁਸ਼ਮਣ ਪਿੱਛੇ ਨਹੀਂ ਹਟੇਗਾ, ਉਹ ਆਪੇ ਹੀ ਅੱਗੇ ਆਵੇਗਾ। ਸਾਨੂੰ ਅੱਗੇ ਜਾਣ ਦੀ ਲੋੜ ਨਹੀਂ, ਦੁਸ਼ਮਣ ਨੂੰ ਅੱਗੇ ਵਧਣ ਦਿਓ ਜਰਾ। ਦੂਰ ਦੂਰ ਲਗ ਸਭ ਚਹੁ ਔਰੇ, ਕਰੇ ਮੋਰਚੇ ਸੰਗਰ ਕੋਰੇ। ਇਹੋ ਗੁਰੂ ਕੀਆਂ ਫੌਜਾਂ ਨੇ, ਗੁਰੂ ਪਿਆਰਿਓ, ਨਿਰਮੋਹੀ ਟਿੱਬੀ ਆ ਜਿਹੜੀ, ਉਸ ਦੇ ਆਸੇ ਪਾਸੇ ਦੂਰ ਦੂਰ ਤੱਕ ਐ ਘੇਰੇ ਨਾਲ ਮੋਰਚੇ ਬਣਾ ਲਏ ਹਨ। ਪਰ ਪਰ ਰਾਬੇ ਮਾਰਤ ਐਸੇ, ਬਾਛੜ ਕਰ ਕਾ ਪਰਤੀ ਜੈਸੇ। ਔਰ ਗੁਰੂ ਕੀਆਂ ਫੌਜਾਂ ਜਿਹੜੀਆਂ ਹਨ, ਹੁਣ ਬੰਦੂਕਾਂ ਭਰ ਭਰ ਕੇ ਇਹਨਾਂ ਦੇ ਵੱਲ ਛਲਕਾਂ ਛੱਡਦੀਆਂ ਹਨ, ਜਿਵੇਂ ਗੜਿਆਂ ਦੀ ਵਾਛੜ ਆਉਂਦੀ ਹੋਵੇ। ਗਰਹਿ ਤਰੰਗਮ ਅਰ ਅਸਵਾਰਾ, ਰੋਪੇ ਸੂਰਮੇ ਪਰੇ ਸੁਮਾਰ। ਇਸ ਤਰ੍ਹਾਂ ਗੁਰੂ ਪਿਆਰਿਓ, ਜਦੋਂ ਇਹ ਤੁਰਕਾਂ ਦੀ ਫੌਜ ਇੱਕ ਪਾਸਿਓਂ ਦੂਜੇ ਪਾਸਿਓਂ ਪਹਾੜੀ ਹਿੰਦੂਆਂ ਦੀ, ਪਹਾੜੀ ਰਾਜਿਆਂ ਦੀ ਫੌਜ ਅੱਗੇ ਵਧਣ ਲੱਗੀ, ਗੁਰੂ ਕੀਆਂ ਫੌਜਾਂ ਨੇ ਉਹਨਾਂ ਵੱਲ ਬੰਦੂਕਾਂ ਚਲਾਈਆਂ ਤੇ ਮੂਹਰੇ ਘੋੜਸਵਾਰ ਫੌਜ ਸੀ, ਉਹਨਾਂ ਦੇ ਜਿਹੜੇ ਸਵਾਰ ਥੱਲੇ ਲਾ ਦਿੱਤੇ, ਘੋੜੇ ਖਾਲੀ ਭੱਜਣ ਲੱਗੇ ਜੀ। ਦੋਨੋਂ ਦਿਸ਼ਾ ਔਰੜੇ ਆਵੇ, ਜਨ ਕਣ ਕਟਾ ਚੜੀ ਗਿਰ ਜਾਵੇ। ਔਰ ਜੇ ਤਾਂ ਹੋਏ ਨਾ ਖਾਲੀ ਥਾਂ 'ਚ ਖਿੰਡੀ ਹੋਈ ਫੌਜ, ਫਿਰ ਉਹਦਾ ਨੁਕਸਾਨ ਘੱਟ ਹੁੰਦਾ ਹੈ। ਪਰ ਜਦੋਂ ਇਹ ਫੌਜ ਇਕੱਠੀ ਹੋ ਕੇ ਚੱਲਦੀ ਆ, ਫਿਰ ਇੱਕ ਇੱਕ ਗੋਲੀ ਦੋ ਦੋ ਚਾਰਾਂ ਦੇ ਛਾਲੇ ਵੱਜੀ ਜਾਂਦੇ ਆ। ਕੋ ਸਤਨਾਮ ਸ੍ਰੀ ਵਾਹਿਗੁਰੂ। ਇਸ ਤਰ੍ਹਾਂ ਇਹਨਾਂ ਦੀਆਂ ਫੌਜਾਂ ਇਕੱਠ ਬਣਾ ਕੇ ਆ ਰਹੀਆਂ ਦੋਨੇ ਪਾਸਿਓਂ, ਔਰ ਭਾਵ ਲੱਖਾਂ ਦੀ ਗਿਣਤੀ ਵਿੱਚ ਇਕੱਠੀਆਂ ਹੋ ਕੇ ਹਜ਼ਾਰਾਂ ਸਤਿਗੁਰਾਂ ਨੂੰ ਘੇਰਾ ਪਾਉਣ ਲਈ ਅੱਗੇ ਵਧਦੀਆਂ। ਪਰ ਗੁਰੂ ਕੀਆਂ ਫੌਜਾਂ ਆਪਣੇ ਮੋਰਚਿਆਂ ਵਿੱਚ ਬੈਠ ਕੇ ਬੰਦੂਕਾਂ ਨੂੰ ਭਰਦੀਆਂ ਤੇ ਨਿਸ਼ਾਨਾ ਧਰ ਕੇ ਜਦੋਂ ਛਲਕ ਛੱਡਦੀਆਂ, ਭਾਵ 20 50 100 ਬੰਦੂਕ ਇਕੱਠੀ ਚਲਾ ਦੇਣੀ, ਤੇ ਇਕੱਠੀ ਬੰਦੂਕ ਚੱਲੇਗੀ ਤੇ ਉਹਨਾਂ ਬੰਦੂਕਾਂ ਦਾ ਇੱਕ ਵੀ ਛਾਲਾ ਨਿਫਲ ਨਹੀਂ ਜਾਵੇਗਾ, ਕੋਈ ਕਿਸੇ ਦੇ ਕੋਈ ਕਿਸੇ ਦੇ ਜ਼ਰੂਰ ਵੱਜੇਗਾ। ਇਉਂ ਦੁਸ਼ਮਣਾਂ ਦਾ ਘਾਣ ਕਰਨ ਲੱਗੇ ਜੀ। ਪੜਹਤ ਫੰਗਣ ਕੇ ਕੜਕਾਰ, ਹੀਲਕਾਰ ਅਰ ਪਰੇ ਜੁਝਾਰ। ਇਸ ਤਰ੍ਹਾਂ ਬੰਦੂਕਾਂ ਦੇ ਗੁਰੂ ਪਿਆਰਿਓ ਕੜਾਕੇ ਪੈਣ ਲੱਗੇ। ਕਿਸੇ ਦੇ ਘੋੜਿਆਂ ਨੂੰ ਵੱਜਦੀ ਹੈ, ਕਿਸੇ ਦੇ ਯੋਧਿਆਂ ਨੂੰ ਵੱਜਦੀ ਹੈ, ਤੇ ਜਿਹਦੇ ਵੱਜਦੀ ਆ ਉਹ ਗਾਹਾਂ ਨਹੀਂ ਵੱਧ ਸਕਦਾ। ਫਿਰ ਨਿਰਭੈ ਹੋਏ ਡਿਗ ਟੁਕੈ ਜਿਉਂ ਜਿਉਂ, ਗੁਲਕਾ ਕੇ ਪ੍ਰਹਾਰ ਹੋਏ ਤਿਉਂ ਤਿਉਂ। ਪਰ ਤੁਰਕਾਂ ਦੀ ਫੌਜ ਵੀ ਨਿਡਰ ਹੈ, ਮਰਿਆ ਹੋਇਆਂ ਨੂੰ ਪਿੱਛੇ ਛੱਡ ਕੇ ਜਿਉਂਦੇ ਹੋਏ ਫਿਰ ਅੱਗੇ ਵਧਦੇ ਹਨ, ਡਿੱਗੇ ਹੋਏ ਪਿੱਛੇ ਰਹਿ ਜਾਂਦੇ ਆ, ਦੂਜੇ ਫਿਰ ਅੱਗੇ ਵਧਦੇ ਆ। ਔਰ ਗੁਰੂ ਕੀਆਂ ਫੌਜਾਂ ਫਿਰ ਬੰਦੂਕਾਂ ਭਰ ਕੇ ਛਲਕਾਂ ਛੱਡ ਦਿੰਦੀਆਂ ਜੀ। ਸ੍ਰੀ ਗੁਰ ਚਾਪ ਕਠੋਰ ਸਪਾਰੇ, ਖਪਰੇ ਦੇਸ਼ਨ ਪੀਸ਼ਨ ਮਾਰੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੀ ਟਿੱਬੀ ਤੇ ਬੈਠੇ ਹੋਏ, ਨਿਰਮੋਹੀ ਟਿੱਬੀ ਤੇ ਬੈਠੇ ਹੋਏ, ਕਮਾਨ ਸੰਭਾਲ ਕੇ ਬੈਠੇ ਹਨ ਤੇ ਤੀਰ ਖਪਰੇ ਛੱਡ ਰਹੇ ਹਨ। ਵੀਂਦਤਾ ਸਪਾਟ ਪੰਗਮਗਾਤ, ਇੱਕ ਦਵੈ ਤ੍ਰੈ ਚਤਰਥ ਪਰ ਜਾਤ। ਔਰ ਸਤਿਗੁਰਾਂ ਦਾ ਤੀਰ ਇੰਨੀ ਤੇਜ਼ੀ ਨਾਲ ਜਾਂਦਾ ਗੁਰੂ ਪਿਆਰਿਓ, ਜਿਸ ਤਰ੍ਹਾਂ ਪਾਵਰ ਮਿਲਦੀ ਹੈ ਤੀਰ ਨੂੰ ਭੱਜਣ ਵਾਸਤੇ ਪਿੱਛੇ। ਹੁਣ ਜਿਹੜੀ ਆਪਣੀ ਤਾਕਤ ਹੈ, ਆਪਾਂ ਤੀਰ ਖਿੱਚ ਕੇ ਛੱਡਾਂਗੇ ਤੇ ਵੱਧ ਤੋਂ ਵੱਧ 10 ਕਦਮਾਂ ਤੇ 20 ਕਦਮਾਂ ਤੇ ਜਾਵੇਗਾ। ਪਰ ਗੁਰੂ ਸਾਹਿਬ ਦਾ ਜਿਹੜਾ ਕਮਾਨ ਸੀ ਨਾ, ਉਹ ਇੰਨਾ ਸਖਤ ਸੀਗਾ, ਉਹਨੂੰ 9 ਟੰਕ ਦਾ ਕਮਾਨ ਕਹਿੰਦੇ ਆ। ਉਹ 9 ਟੰਕ ਦਾ ਕਮਾਨ ਕਿੰਨਾ ਸਖਤ ਹੋਵੇਗਾ, ਮੈਂ ਇਹਦੇ ਬਾਰੇ ਤੁਹਾਨੂੰ ਥੋੜਾ ਦੱਸ ਦੇਵਾਂ ਕਿ ਇੱਕ ਟੰਕ ਦਾ ਕਮਾਨ ਜੇ ਖਿੱਚਣਾ ਹੋਵੇ
ਤੇ ਉਸ ਤੇ ਇੰਨਾ ਕੁ ਜ਼ੋਰ ਲੱਗਦਾ ਜਿਵੇਂ 25 ਕਿਲੋ weight ਚੱਕਣ ਤੇ ਜ਼ੋਰ ਲੱਗਦਾ। ਤੇ 10 ਟੰਕ ਦਾ ਜੇ ਕਮਾਨ ਖਿੱਚਣਾ ਹੋਵੇ ਤੇ ਫਿਰ ਕਿੰਨਾ ਜ਼ੋਰ ਲੱਗੇਗਾ, ਜਿੰਨਾ 2.5 ਕੁਆਂਟਲ ਚੱਕਣ ਤੇ ਲੱਗਦਾ ਹੈ। ਕੋ ਸਤਨਾਮ ਸ੍ਰੀ ਵਾਹਿਗੁਰੂ। ਤੇ ਪਾਤਸ਼ਾਹ ਦਾ ਕਮਾਨ ਹੈ 9 ਟੰਕ ਦਾ, ਤੇ 9 ਟੰਕ ਦਾ ਕਮਾਨ ਜਿਵੇਂ ਮਾਨੋ ਕੋਈ 2 ਕੁਆਂਟਲ ਵਜਨ ਚੱਕਣ ਤੇ ਕਿੰਨਾ ਆਪਾਂ ਤਾਂ ਚੱਕੇ ਨਹੀਂ ਜਾਣਾ ਵੈਸੇ ਉਹ, ਪਰ ਗੁਰੂ ਸਾਹਿਬ ਨੇ ਉਹ ਟੰਕ ਦਾ 9 ਟੰਕ ਦਾ ਕਮਾਨ ਜਦ ਖਿੱਚਿਆ ਉਹਨਾਂ ਦੀ ਕਿੰਨੀ ਤਾਕਤ ਲੱਗਦੀ ਹੈ। ਜਿੰਨੀ ਤਾਕਤ ਨਾਲ ਉਹ ਕਮਾਨ ਖਿੱਚਿਆ ਜਾਂਦਾ ਹੈ ਤੇ ਵਾਪਸ ਵੀ ਉਦੋਂ ਤੇਜ਼ੀ ਨਾਲ ਜਾਂਦਾ ਹੈ। ਫਿਰ ਉਸ ਤੀਰ ਦੀ ਜਿਹੜੀ ਹੈ ਚਾਲ ਕਿੰਨੀ ਹੋਵੇਗੀ, ਕਿੰਨੀ ਉਹਦੀ ਸਪੀਡ ਹੋਵੇਗੀ, ਤੇ ਸਪੀਡ ਦੇ ਨਾਲ ਜਾਂਦਾ ਹੋਇਆ ਜਦੋਂ ਵੱਜਦਾ ਵੇਦਤ ਸਾ ਪਟ ਪਗੰਗਮ ਗਾਤਾ ਇੱਕ ਦਵੈ ਤ੍ਰੈ ਚਾਰਥ ਪਰਜਾਤ। ਸਤਿਗੁਰਾਂ ਦਾ ਤੀਰ ਜੇ ਘੋੜੇ ਵਿੱਚ ਵੱਜ ਜਾਵੇ ਤੇ ਉਹਦੇ ਵਿੱਚੋਂ ਦੀ ਪਾਲ ਲੰਘ ਜਾਂਦਾ ਹੈ। ਜੇ ਸਿਪਾਹੀ ਦੇ ਵੱਜਦਾ ਫਿਰ ਇੱਕ ਸਿਪਾਹੀ ਦੇ ਵੱਜ ਕੇ ਰੁਕ ਨਹੀਂ ਜਾਂਦਾ। 1 2 3 4 ਜਿਹੜਾ ਵੀ ਤੀਰ ਦੀ ਮੂਹਰੇ ਆ ਗਿਆ ਉਹਦੇ ਵਿੱਚ ਦੀ ਲੰਘਦਾ ਤੁਰਿਆ ਜਾਂਦਾ ਹੈ। ਐਸੇ ਮੇਰੇ ਪ੍ਰੀਤਮ ਭਿਆਨ ਖਪਰੇ ਤੀਰ ਤੇ ਤਿੱਖੇ ਤੀਰ ਛੱਡ ਰਹੇ ਹਨ। ਦੜ ਦੜ ਪੜਤ ਪਰੇ ਤੜਫੜਤਾ ਲੜ ਲੜ ਭਿੜਤਾ ਕੜਾ ਕੜ ਛੜਤਾ। ਇਸ ਤਰ੍ਹਾਂ ਗੁਰੂ ਦੀਆਂ ਤੀਰਾਂ ਦੇ ਨਾਲ, ਸਿੰਘਾਂ ਦੀਆਂ ਬੰਦੂਕਾਂ ਦੀਆਂ ਗੋਲੀਆਂ ਦੇ ਨਾਲ ਜਿਹੜੀਆਂ ਤੁਰਕਾਂ ਦੀਆਂ ਫੌਜਾਂ, ਪਹਾੜੀਆਂ ਦੀਆਂ ਫੌਜਾਂ ਜਿਹੜੀਆਂ ਦਾੜ ਦਾੜ ਕਰਕੇ ਘੋੜਿਆਂ ਤੋਂ ਥੱਲੇ ਡਿੱਗਦੀਆਂ ਔਰ ਤੜਫਦੀਆਂ ਹੋਈਆਂ ਪਾਣੀ ਮੰਗਦੀਆਂ, ਲੜ ਲੜ ਕੇ ਭਿੜ ਭਿੜ ਕੇ ਕਾੜ ਕਾੜ ਕਰਦੀਆਂ ਗੋਲੀਆਂ ਖਾਂਦੀਆਂ ਡਿੱਗ ਰਹੀਆਂ ਜੀ। ਸੜ ਸੜ ਗੁਲਕਾ ਚੱਲ ਚੜ ਫੋੜਤਾ ਲਗ ਲਗ ਭੱਟ ਗਣ ਕਰ ਪਗ ਤੋੜਤਾ। ਸੌੜ ਕਰਕੇ ਗੋਲੀਆਂ ਨਿਕਲਦੀਆਂ ਔਰ ਦੁਸ਼ਮਣਾਂ ਦੇ ਸਿਰ ਭੰਨਦੀਆਂ, ਕਈਆਂ ਦੇ ਢਿੱਡ ਭੰਨਦੀਆਂ ਤੇ ਕਈਆਂ ਦੁਸ਼ਮਣਾਂ ਦੇ ਹੱਥ ਪੈਰ ਤੋੜਦੀਆਂ ਹੋਈਆਂ ਲੰਘ ਜਾਂਦੀਆਂ ਜੀ। ਕਰ ਕੜ ਕੇ ਲਸਕਰ ਪਰ ਸਤਗੁਰ ਸਰ ਪਰ ਹਾਰਤ ਬੀਂਦਤ ਅਰ ਅਰ। ਦੂਜੇ ਪਾਸੇ ਪ੍ਰੀਤਮ ਉੱਚੀ ਟਿੱਬੀ ਤੇ ਬੈਠੇ ਤੁਰਕਾਂ ਦੇ ਦਲ ਵਾਲੇ ਪਾਸੇ ਨੂੰ ਆਪਣੇ ਬੇਅੰਤ ਤੀਰ ਛੱਡ ਕੇ ਉਹਨਾਂ ਨੂੰ ਵਿੰਨ ਰਹੇ ਹਨ। ਬਿਰਹ 71 ਲਗਹ ਇੱਕ ਬਾਣਾ ਪਰਹ ਪਾਰ ਕਰ ਕਰ ਬਹਾਨਾ। ਔਰ ਇਸ ਤਰ੍ਹਾਂ ਸਤਿਗੁਰਾਂ ਦਾ ਜਿਹੜਾ ਤੀਰ ਹੈ ਜਾਂ ਡਿੱਗਦਾ ਹੈ, ਕਈ ਡਿੱਗਦੇ ਹਨ ਤੇ ਡਿੱਗਣ ਵਾਲੇ ਉੱਥੇ ਹੀ ਮਾਨੋ ਢੇਰ ਲੱਗਦਾ ਜਾਂਦਾ ਹੈ। ਬਹੁਤ ਸਾਰੇ ਮਰੇ ਹੋਏ ਸਿਪਾਹੀਆਂ ਦੀ ਵੱਟ ਬਣਦੀ ਜਾਂਦੀ ਹੈ, ਕੰਧ ਬਣਦੀ ਜਾਂਦੀ ਹੈ। ਪਿੱਛੋਂ ਆਉਣ ਵਾਲੀ ਫੌਜ ਨੂੰ ਅੱਗੇ ਵਧਣਾ ਵੀ ਮੁਸ਼ਕਲ ਹੋ ਜਾਂਦਾ ਹੈ। ਜਤਾ ਚੰਦਰਮਾ ਕੋ ਪਰਵਾਰਾ ਜਤਾ ਖੇਤ ਕੇ ਚੌਂਦਿਸ ਬਾਰਾ। ਜਿਵੇਂ ਚੰਦਰਮਾ ਦਿਖਾਈ ਦਿੰਦਾ ਨਾ ਆਪਾਂ ਨੂੰ ਕੋਠੇ ਦੇ ਉੱਤੇ, ਆਪਣਾ ਆਕਾਸ਼ਾਂ ਦੇ ਉੱਪਰ, ਜਿਵੇਂ ਮਾਈ ਦੀ ਪੀਂਘ ਪੈ ਜਾਂਦੀ ਹੈ। ਪੰਜਾਬ ਦੇ ਵਿੱਚ ਇਹ ਗੱਲ ਕਹਿੰਦੇ ਆ, ਮੀਂਹ ਪੈਣ ਤੋਂ ਬਾਅਦ ਇੱਕ ਲਾਲ ਪੀਲੇ ਹਰੇ ਜਿਹੇ ਰੰਗ ਦੀ ਲਾਈਨ ਵੱਜਦੀ ਹੈ ਰੋਸ਼ਨੀ ਦੀ, ਉਹਨੂੰ ਮਾਤਾ ਦੀ ਪੀਂਘ ਕਹਿੰਦੇ ਆ। ਉਹ ਪੀਂਘ ਦੀ ਨਿਆਈ ਮਾਨੋ ਵਿਚਾਰੇ ਗੁਰੂ ਗੋਬਿੰਦ ਸਿੰਘ ਜੀ ਬੈਠੇ ਹਨ ਤੇ 4 ਛਪੇਰੇ ਇਉਂ ਵੱਟ ਹੋ ਗਈ ਆ ਮਰੇ ਹੋਏ ਤੁਰਕਾਂ ਦੇ ਪਹਾੜੀਆਂ ਦੀ, ਮਾਨੋ ਜਿਵੇਂ ਚੰਦਰਮਾ ਦਾ ਪਰਿਵਾਰ ਹੋਵੇ। ਜਿਮ ਕਰ ਕੇ ਕੰਕਣ ਚਾਹੋਂ ਫੇਰੇ ਤਿਮ ਸਤਗੁਰ ਕੋ ਪਾਇਓ ਘੇਰੇ। ਇਉਂ ਗੁਰੂ ਪਿਆਰੋ ਜਿਵੇਂ ਕੜੇ ਦੇ ਕੰਗਣ ਹੁੰਦੇ ਆ, ਕੜੇ ਦੇ ਘੁੰਗਰੂ 4 ਛਪੇਰੇ ਘੁੰਮਦੇ ਹਨ, ਏਦਾਂ ਹੀ ਪਹਾੜੀਆਂ ਨੇ ਤੇ ਤੁਰਕਾਂ ਨੇ ਸਲਾਹ ਕੀਤੀ ਆ ਮੇਰੇ ਪ੍ਰੀਤਮ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਨਿਰਮੋਹੀ ਟਿੱਬੀ ਤੇ ਘੇਰਾ ਪਾਉਣ ਦੀ। ਘੇਰੇ ਮੋਰ ਜੇ ਸਿੰਘ ਸਕਾਟੇ ਸਲਖਾ ਸ਼ੌਰਤਾ ਹੋਏ ਹੋਏ ਠਾਂਡੇ। ਔਰ ਗੁਰੂ ਕੀਆਂ ਫੌਜਾਂ ਗੁਰੂ ਦੇ ਦੱਸੇ ਹੁਕਮ ਮੁਤਾਬਕ ਆਪਣੇ ਮੋਰਚਿਆਂ ਵਿੱਚ ਖੜੀਆਂ ਹੋਈਆਂ, ਬੰਦੂਕਾਂ ਭਰ ਲੈਂਦੀਆਂ ਤੇ ਸ਼ਲਖ ਦਾ ਮਤਲਬ ਹੁੰਦਾ ਇਕੱਠੀਆਂ ਬੰਦੂਕਾਂ ਚਲਾਉਣੀਆਂ ਜਕਾਰਾ ਛੱਡ ਕੇ। ਜਦ ਇਕੱਠੀਆਂ ਗੋਲੀਆਂ ਚੱਲਦੀਆਂ ਫਿਰ ਭੱਜਦਿਆਂ ਨੂੰ ਰਾਹ ਨਹੀਂ ਮਿਲਦਾ, ਕਿੱਧਰ ਭੱਜੇ, ਇਧਰੋਂ ਜਾਂ ਉਧਰੋਂ ਗੋਲੀ ਆ ਕੇ ਵੱਜਦੀ ਹੈ। ਮਾਰ ਮਾਰ ਕਰ ਮੋਰ ਹੈ ਅਰੇ ਨੇਰ ਨਾ ਹੋਣ ਤੇ ਵਰਤਾ ਧਰੇ। ਇਹ ਗੁਰੂ ਕੀਆਂ ਫੌਜਾਂ ਦਾ ਇਹ ਨੇਮ ਹੈ ਕਿ ਦੁਸ਼ਮਣ ਨੂੰ ਗੁਰੂ ਸਾਹਿਬ ਦੇ ਨੇੜੇ ਨਹੀਂ ਢੁੱਕਣ ਦੇਣਾ, ਆਪਣੇ ਮੋਰਚਿਆਂ ਤੋਂ ਅੱਗੇ ਨਹੀਂ ਲੰਘਣ ਦੇਣਾ। ਇਉਂ ਜਦੋਂ ਫਿਰ ਨਵੀਂ ਫੌਜ ਅੱਗੇ ਵਧਦੀ ਹੈ ਫਿਰ ਇਧਰੋਂ ਗੋਲੀਆਂ ਦੀ ਛਲਕ ਜਾਂਦੀ ਹੈ ਤੇ ਬਹੁਤ ਸਾਰੇ ਸਿਪਾਹੀ ਘੋੜਿਆਂ ਤੋਂ ਦਾੜ ਦਾੜ ਕਰਦੇ ਫਿਰ
ਡਿੱਗ ਪੈਂਦੇ ਜੀ। ਜਿਨਕੇ ਮਨ ਜਮ ਕੋ ਭੈ ਨ ਤਰਾਸਾ, ਰਪਿਓ ਖਾਲਸਾ ਸਤਰ ਬਿਨਾਸਾ। ਇਹ ਦੁਸ਼ਮਣ ਸਿੰਘਾਂ ਨੂੰ ਕੀ ਡਰਾ ਸਕਦਾ ਹੈ? ਇਹ ਦੁਸ਼ਮਣ ਸਿੰਘਾਂ ਨੂੰ ਕੀ ਡਰਾ ਸਕਦਾ ਜਿਨ੍ਹਾਂ ਦੇ ਮਨ ਵਿੱਚ ਤਾਂ ਜਮਦੂਤਾਂ ਦਾ ਵੀ ਡਰ ਨਹੀਂ ਹੈ। ਜਹ ਤਿਸ ਤੇ ਸਤਿਗੁਰ ਤੇ ਦੂਰ, ਰਾਖੇ ਦੁਸ਼ਮਣ ਜੇ ਵਡ ਕਰੂਰ। ਇਉਂ ਖਾਲਸਾ ਫੌਜਾਂ ਨੇ ਗੁਰੂ ਸਾਹਿਬ ਬੈਠੇ ਆ ਨਿਰਮੋਹੀ ਟਿੱਬੀ ਤੇ, ਔਰ ਇਸ ਤੋਂ ਕੋਈ 100 ਕਦਮ ਦੂਰੀ ਤੇ ਜਾ ਕੇ ਸਿੰਘਾਂ ਨੇ ਬਿਉਂਤਬੰਦੀ ਕੀਤੀ, ਮੋਰਚੇ ਬਣਾਏ ਐ। ਉਹਨਾਂ ਮੋਰਚਿਆਂ ਦੇ ਵਿੱਚ ਸਿੰਘ ਬੈਠੇ ਹਨ ਗੁਰੂ ਪਿਆਰਿਓ, ਤੇ ਪਹਾੜੀ ਫੌਜਾਂ ਨੂੰ, ਤੁਰਕਾਂ ਦੀਆਂ ਫੌਜਾਂ ਨੂੰ ਗੁਰੂ ਸਾਹਿਬ ਦੇ ਵੱਲ ਨੇੜੇ ਢੁੱਕਣ ਨਹੀਂ ਦਿੰਦੇ ਜੀ। ਗੁਰੂ ਸਪੂਤਾ ਕੋਤਾ ਚੀਤ ਸ੍ਰੀ ਅਜੀਤ ਸਿੰਘ ਜੀ। ਕਹਿਣ ਲੱਗੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸੁਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ। ਕੁਦੰਡਲੇ ਪ੍ਰਚੰਡ ਛੰਡਵਾਨ ਧੀਰ ਸਿੰਘ ਜੀ। ਔਰ ਇਹਨਾਂ ਦੇ ਕੋਲ ਵੀ ਕਮਾਨ ਹੈ। ਬੜੇ ਧੀਰਜ ਦੇ ਨਾਲ ਬਾਬਾ ਅਜੀਤ ਸਿੰਘ ਜੀ ਗੁਰੂ ਪਿਆਰਿਓ ਆਪਣੇ ਕਮਾਨ ਦੇ ਨਾਲ ਤੀਰਾਂ ਨੂੰ ਛੱਡ ਰਹੇ ਹਨ। ਛੜਾ ਛੜੀ ਪਹਾੜ ਕੈ ਬਹਾਂਡਾ ਤੰਡਾ ਫੋੜ ਕੈ। ਸੜ ਕਰਦੇ ਹੋਏ ਕਮਾਨਾਂ ਚੋਂ ਤੀਰ ਜਾਂਦੇ ਹਨ ਗੁਰੂ ਪਿਆਰਿਓ, ਭਿਆਨਕ, ਤੇ ਜਾ ਕੇ ਵੈਰੀਆਂ ਦੇ ਮੂੰਹ ਭੰਨ ਦਿੰਦੇ ਹਨ। ਕਾਰੇ ਜੋ ਹੇਲ ਆਵਤੇ ਸਿਤਾਬ ਦੀਨ ਮੋੜ ਕੈ। ਜਿਹੜਾ ਵੀ ਬੜੀ ਤੇਜ਼ੀ ਦੇ ਨਾਲ ਗੁਰੂ ਸਾਹਿਬ ਦੇ ਵੱਲ ਵਧਣਾ ਚਾਹੁੰਦਾ ਹੈ, ਇਹ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਕਮਾਨ ਵੀ ਬੜਾ ਭਿਆਨਕ ਹੈ। ਦੁਸ਼ਮਣ ਨੂੰ ਉੱਥੇ ਹੀ ਸਿੱਟ ਲੈਂਦਾ ਜੀ। ਨਿਸੰਗ ਤੇ ਖਤੰਗ ਇੱਕ ਸੰਗਹੀਨ ਕਾਰ ਕੈ। ਇਸ ਤਰ੍ਹਾਂ ਕਈ ਵਾਰੀ ਤਾਂ ਭੱਥੇ ਦੇ ਵਿੱਚੋਂ ਇੱਕੋ ਵਾਰੀ 2 ਤੀਰ ਕੱਢ ਕੇ ਵੀ ਬਾਬਾ ਅਜੀਤ ਸਿੰਘ ਕਮਾਨ ਦੇ ਵਿੱਚ ਪਾਉਂਦੇ ਹਨ। ਤਾਰਾ ਤਾਰੇ ਸਮੂਹ ਫੇਰ ਲੇਤ ਹੈ ਸੰਭਾਰ ਕੈ। ਔਰ ਧਰ ਕੇ ਕਮਾਨ ਦੇ ਵਿੱਚ ਘੁਮਾ ਕੇ ਕਮਾਨ ਨੂੰ ਕਰਕੇ ਦੁਸ਼ਮਣਾਂ ਦੇ ਵੱਲ ਸਿੱਧਾ। ਸੋ ਬੈਠ ਬੀਰ ਆਸਨੰਗ ਸਰਾਸਨ ਸੋ ਤਾਰ ਕੈ। ਔਰ ਆਸਨ, ਵੀਰ ਆਸਨ ਬੈਠ ਕੇ ਬਾਬਾ ਅਜੀਤ ਸਿੰਘ ਜੀ ਆਪਣੇ ਮੋਰਚਾ ਬਣਾ ਕੇ, ਜਿੱਥੇ ਬਾਬਾ ਜੀ ਦਾ ਮੋਰਚਾ ਹੈ ਉਸ ਮੋਰਚੇ ਵਿੱਚ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਔਰ ਵੀਰ ਆਸਨ ਬੈਠ ਕੇ ਦੁਸ਼ਮਣ ਦੇ ਨਿਸ਼ਾਨੇ ਫੁੰਡ ਰਹੇ ਹਨ। ਸੋ ਥਾਨ ਬਾਣ ਕਾਨ ਲੋ ਅਨੇਕ ਅਸਤਰੂ ਮਾਰ ਕੈ। ਔਰ ਕੰਨ ਤਾਂ ਖਿੱਚ ਖਿੱਚ ਕੇ ਕਮਾਨਾਂ ਨੂੰ ਛੱਡਦੇ ਹਨ। ਤੇ ਬਾਬਾ ਅਜੀਤ ਸਿੰਘ ਜੀ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸੁਪੁੱਤਰ ਹਨ। ਇਹਨਾਂ ਦੇ ਤੀਰ ਵੀ 2 ਫੌਜੀਆਂ ਨੂੰ, 3 ਫੌਜੀਆਂ ਨੂੰ ਸਿਰਦੇ ਤੁਰੇ ਜਾ ਰਹੇ ਆ। ਉਡੰਤ ਜਾਤ ਵੇਗ ਤੇ ਪਰਵੇਸ਼ ਹਵਲ ਰੰਤਹੀ। ਔਰ ਇਸ ਤਰ੍ਹਾਂ ਗੁਰੂ ਪਿਆਰਿਓ ਹਵਾ ਦੀ ਨਿਆਈ ਉੜਦੇ ਹੋਏ ਤੀਰ ਪ੍ਰਵੇਸ਼ ਹੁੰਦੇ ਐ ਔਰ ਜਾ ਕੇ ਦੁਸ਼ਮਣ ਦੀ ਛਾਤੀ ਵਿੱਚ ਇਉਂ ਵੜ ਜਾਂਦੇ ਐ ਜਿਵੇਂ ਚੂਹਾ ਬਿੱਲੀ ਤੋਂ ਡਰਦਾ ਖੱਡ ਵਿੱਚ ਵੜ ਜਾਂਦਾ। ਰੰਗ ਅੰਗ ਭੰਗ ਕਸ ਪਾਰ ਕੋ ਪਰੰਤ ਹੀ। ਔਰ ਚਾਹੇ ਉਹ ਤੀਰ ਘੋੜੇ ਦੇ ਵੀ ਲੱਗ ਜਾਵੇ ਤੇ ਘੋੜੇ ਦੇ ਵੀ ਪਾਰ ਹੋ ਜਾਂਦਾ, ਘੋੜਾ ਵੀ ਡਿੱਗ ਜਾਂਦਾ। ਜੇ ਦੁਸ਼ਮਣ ਦੇ ਲੱਗ ਜਾਵੇ ਸਰੀਰ ਵੇਦ ਫੇਰ ਕੇ ਨਾ ਨੀਰ ਫੇਰ ਜਾਤ ਤੇ। ਔਰ ਦੁਸ਼ਮਣ ਦੇ ਲੱਗ ਜਾਵੇ, ਜੋਧੇ ਦੇ ਲੱਗ ਜਾਵੇ ਤੇ ਬਿੰਨ ਕੇ ਪਾਰ ਹੋ ਜਾਂਦਾ ਤੇ ਉਹਨੂੰ ਪਾਣੀ ਮੰਗਣ ਨਹੀਂ ਦਿੰਦਾ। ਅਤੰਕ ਤੇ ਅਸੰਖ ਕਹਿੰਦੇ ਸੰਗ ਜੰਗ ਮਾਚ ਤੇ। ਬੜਾ ਹੀ ਭਿਆਨਕ ਜੰਗ ਇਹ ਗੁਰੂ ਕੀਆਂ ਫੌਜਾਂ ਨੇ ਮਚਾਇਆ ਹੈ। ਦੁਸ਼ਮਣ ਭੀੜ ਦੇ ਨਾਲ ਇਕੱਠੇ ਹੋ ਕੇ ਅੱਗੇ ਆ ਰਹੇ ਹੈ ਔਰ ਗੁਰੂ ਕਾ ਖਾਲਸਾ ਬਿਉਂਤਬੰਦੀ ਦੇ ਨਾਲ ਬੈਠਾ। ਗੁਰੂ ਸਾਹਿਬ ਦੀ ਬਣਾਈ ਬਿਉਂਤਬੰਦੀ ਆ, ਅਲੱਗ-ਅਲੱਗ ਮੋਰਚੇ ਬਣਾਏ ਹੋਏ ਹੈ, ਇਸ ਕਰਕੇ ਦੁਸ਼ਮਣਾਂ ਦਾ ਨਿਸ਼ਾਨਾ ਨਹੀਂ ਲੱਗ ਰਿਹਾ। ਔਰ ਗੁਰੂ ਕੀਆਂ ਫੌਜਾਂ ਨੇ ਸ਼ਕਰ ਪਾਰਿਆਂ ਦੇ ਨਾਲ, ਜਲੇਬਾਂ ਦੇ ਨਾਲ ਉਹਨਾਂ ਦਾ ਚੰਗਾ ਸਤਿਕਾਰ ਕੀਤਾ। ਅੱਗੋਂ ਵਜ਼ੀਰ ਖਾਨ ਸੈਨ ਕੋ ਦਲੇਰ ਹਵ ਪਰੇਰ ਤੋ। ਔਰ ਇੱਥੇ ਜਲੇਬ ਕਿਹਾ ਭਾਈ ਸਾਹਿਬ ਜੀ ਨੇ ਤੀਰਾਂ ਨੂੰ, ਜਿਹੜੇ ਗੁਰੂ ਪਿਆਰਿਓ ਚੰਦਰਮਾ ਦੀ ਨਿਆਈ ਵੀ ਤੀਰ ਐਡਾ ਹੁੰਦੇ ਐ, ਪਾਨ ਦੇ ਪੱਤੀ ਨਿਆਈ ਖਪਰੇ ਤੀਰ ਹੁੰਦੇ ਆ, ਉਹਨਾਂ ਨੂੰ ਜਲੇਬ ਕਿਹਾ ਤੇ ਸ਼ਕਰ ਪਾਰੇ ਗੋਲੀਆਂ ਨੂੰ ਕਿਹਾ। ਇਸ ਤਰ੍ਹਾਂ ਗੁਰੂ ਪਿਆਰਿਓ ਵਜ਼ੀਰ ਖਾਂ ਆਪਣੀ ਫੌਜ ਨੂੰ ਪ੍ਰੇਰਦਾ ਹੋਇਆ ਆ ਰਿਹਾ ਦਲੇਰੀ ਦੇ ਨਾਲ, ਪਰ ਕੀ ਦੇਖਦਾ ਹੈ ਕਿ ਮੇਰੀਆਂ ਫੌਜਾਂ ਅੱਗੇ ਕਿਉਂ ਨਹੀਂ ਵੱਧ ਰਹੀਆਂ। ਜਿਹੜੀਆਂ ਅੱਗੇ ਵੱਧਦੀਆਂ ਉਹ ਤਾਂ ਢੇਰ ਹੁੰਦੀਆਂ ਜਾਂਦੀਆਂ ਔਰ ਆਪਣੀ ਹੀ ਫੌਜ ਦੇ ਮੂਹਰੇ ਕੰਧ ਬਣ ਗਈਆਂ। ਕਹਾਂ ਥੇ ਰੰਤ ਤਰਾਸ ਤੇ ਸਮੂਹ ਕੇ ਅਨਵੇਰ ਤੋਂ। ਔਰ ਗੁਰੂ ਪਿਆਰਿਓ ਵਜ਼ੀਰ ਖਾਂ ਲਲਕਾਰਾ ਮਾਰਦਾ ਫੌਜ ਨੂੰ, ਅੱਗੇ ਵਧੋ, ਤੁਸੀਂ ਰੁਕ ਕਿਉਂ ਗਏ? ਪਰ ਅੱਗੇ ਕੋਈ ਵਧਣ ਦੇਵੇ ਤਾਂ ਫੇਰ ਹੀ ਹੈ ਨਾ।
ਇਸ ਕਰਕੇ ਕਹਿੰਦਾ ਤੁਸੀਂ ਕੰਮ ਨਵੇੜਦੇ ਕਿਉਂ ਨਹੀਂ। ਇਹਨੀ ਉਹ ਲੱਗਦਾ ਵੀ ਫੌਜ ਜਿਵੇਂ ਖੜ ਗਈ ਹੈ, ਮੇਰੀ ਇਕੱਲਾ ਹੀ ਹੈ, ਗਿਣਤੀ ਬੇਅੰਤ ਹੈ ਫੌਜ ਦੀ, ਲਲਕਾਰੇ ਮਾਰ ਰਹੇ ਅੱਗੇ ਵਧਣ ਵਾਸਤੇ। ਪਰ ਅੱਗੇ ਗੁਰੂ ਕੀਆਂ ਫੌਜਾਂ ਉਹਨਾਂ ਨੂੰ ਜਿੱਥੇ ਉਹ ਵੱਧਦੇ ਆ ਉੱਥੇ ਹੀ ਸਿੱਟ ਦਿੰਦੀਆਂ ਜੀ। ਮਾਰੇ ਜੋ ਹੇਲ ਕਾਲ ਤੇ ਬਚ ਸਮੇ ਪਟੂਕੀਏ। ਔਰ ਗੁਰੂ ਪਿਆਰਿਓ ਕਹਿਣ ਲੱਗਿਆ ਜਿਹੜੇ ਮਰ ਗਏ ਜਾਂ ਇਹਨਾਂ ਨੂੰ ਛੱਡੋ, ਜਿਹੜੇ ਜਿਉਣੇ ਆਉ ਤਾਂ ਗਾਹਾਂ ਵਧੋ। ਗੁਰੂ ਗਹਨ ਕਹੀ ਜੈ ਉਠੇ ਨ ਕਹਿਓ ਰੁਕ ਕੇ। ਚਲੋ ਚਲੋ ਅੱਗੇ ਵਧੋ, ਫੜੋ ਗੁਰੂ ਗੋਬਿੰਦ ਸਿੰਘ ਜੀ ਨੂੰ। ਕਿਰਪਾਨ ਖਿੱਚ ਮਿਆਨ ਤੇ ਪਰਵਿਸ ਵਿੱਚ ਹੋ ਜੀਏ। ਕਹਿਣ ਲੱਗਿਆ ਜੇ ਤੁਹਾਡੀ ਗੋਲੀ ਤੀਰ ਕੰਮ ਨਹੀਂ ਕਰਦਾ, ਕਿਰਪਾਨਾਂ ਕੱਢੋ ਤੇ ਹੱਥੋਂ ਹੱਥੀ ਦਾ ਜੰਗ ਕਰੋ। ਪਰ ਹਾਰ ਸੰਗ ਸੈਥੀਨ ਨਿਜ ਚੌਕ ਦੀਜੀਏ। ਔਰ ਸਾਗ ਲੈ ਲਓ, ਨੇਜੇ ਲੈ ਲਓ, ਸਿੱਧੀਆਂ ਤਲਵਾਰਾਂ ਲੈ ਲਓ, ਸਹਿਤੀਆਂ। ਔਰ ਸਹਿਤੀ ਹੁੰਦੀ ਹੈ ਸਿੱਧੀ ਤਲਵਾਰ, ਗੋਲੀਆਂ ਹੁੰਦਾ ਗੋਲ ਤਲਵਾਰ। ਇਸ ਤਰ੍ਹਾਂ ਕਹਿੰਦੇ ਜੋ ਵੀ ਸ਼ਾਸਤਰ ਹੈ ਹੱਥ ਵਿੱਚ ਲੈ ਕੇ ਨੇੜੇ ਟੁੱਕੋ। ਤਪੰਗ ਏਕ ਸੰਗ ਤਿਆਗ ਸਿੰਘ ਮਾਰ ਲੀਜੀਏ। ਔਰ ਤੁਸੀਂ ਵੀ ਛਲਕਾਂ ਛੱਡੋ, ਬੰਦੂਕਾਂ ਭਰ ਕੇ ਇਹਨਾਂ ਸਿੰਘਾਂ ਨੂੰ ਮਾਰ ਲਓ। ਪਰ ਸਿੰਘਾਂ ਨੇ ਮੋਰਚਾ ਬਣਾਇਆ ਹੋਇਆ ਗੁਰੂ ਪਿਆਰਿਓ ਦੂਰੀ ਦੂਰੀ ਤੇ ਕਰਕੇ, ਇਹਨਾਂ ਦੀਆਂ ਹਜ਼ਾਰਾਂ ਬੰਦੂਕਾਂ ਵੀ ਸਿੰਘ ਨੂੰ ਜ਼ਖਮੀ ਨਹੀਂ ਕਰ ਸਕਦੀਆਂ। ਇਸ ਕਰਕੇ ਬੜੀ ਕੋਸ਼ਿਸ਼ ਤਾਂ ਕਰਦੇ ਹਨ। ਅਕੇਲ ਫੇਰ ਕਿਆ ਕਰ ਨ ਤਰਾਸ ਚਿਤ ਕੀਜੀਏ। ਕਹਿੰਦੇ ਚਲੋ ਚਲੋ ਅੱਗੇ ਵਧੋ, ਪਿੱਛੇ ਨਾ ਹਟੋ। ਕੱਲੇ ਗੁਰੂ ਕੀ ਕਰਨਗੇ, ਪਹਿਲਾਂ ਛੱਡ ਕੇ ਛਲਕਾਂ ਬੰਦੂਕਾਂ ਦੀਆਂ ਇਹਨਾਂ ਸਿੰਘਾਂ ਨੂੰ ਮਾਰ ਦਿਓ। ਸੋਹਣੇ ਵਜੀਦ ਖਾਨ ਤੇ ਸੋ ਇੱਕ ਤਾਨ ਹੋਏ ਕੈ। ਜਦੋਂ ਵਜੀਦੇ ਨੇ ਲਲਕਾਰਾ ਮਾਰਿਆ, ਵਜ਼ੀਰ ਖਾਨ ਇਹਨੂੰ ਵਜੀਦਾ ਵੀ ਕਹਿੰਦੇ ਆ, ਵਜ਼ੀਰ ਖਾਨ ਵੀ ਕਹਿੰਦੇ ਆ। ਜਦੋਂ ਕਹਿੰਦੀ ਇਸ ਨੇ ਲਲਕਾਰਾ ਮਾਰਿਆ ਜ਼ੋਰ ਦੇ ਨਾਲ, ਅਗਾਏ ਪਾਏ ਰੂਪ ਤੇ ਸੋ ਕੋਪ ਤਰਾਸ ਹੋਏ ਕੈ। ਉਹਦੇ ਲਲਕਾਰੇ ਤੋਂ ਡਰਦੇ, ਗੁੱਸੇ ਤੋਂ ਡਰਦੇ ਹੋਈ ਫੌਜ ਕੋਸ਼ਿਸ਼ ਕਰਦੀ ਅੱਗੇ ਵਧਣ ਦੀ। ਵਿਸਾਲ ਹਲ ਕਾਲਿਆ ਚਲਾਏ ਆਇਓ ਨਾਨਕੋ। ਔਰ ਇਹਨਾਂ ਨੇ ਇਕੱਠੇ ਹੋ ਕੇ ਖਾਲਸਾ ਫੌਜਾਂ ਤੇ ਇੱਕ ਤਕੜਾ ਜਿਹਾ ਹੱਲਾ ਕੀਤਾ ਹੈ। ਪੁਕਾਰ ਮਾਰ ਮਾਰ ਹੱਥ ਤਾਰ ਕੇ ਨਿਸ਼ਾਨ ਕੋ। ਕੁਝ ਰੌਲਾ ਪਾਉਂਦੀ ਆ, ਮਾਰ ਲੋ ਫੜ ਲੋ, ਮਾਰ ਲੋ ਫੜ ਲੋ ਦਾ ਢੋਲਾਂ ਤੇ ਡੱਗੇ ਲਾਉਂਦੇ ਨੇ। ਛੋਟੇ ਤਪੰਗ ਇੱਕ ਸੰਗ ਚਾਰ ਔਰ ਰੋੜ ਰੇ। ਔਰ ਇਹਨਾਂ ਨੇ ਵੀ ਉਹੀ ਸ਼ਲਖ ਵਾਲੀ ਵਿਉਂਤ ਬਣਾਈ ਹੈ, ਇਕੱਠੀਆਂ ਬੰਦੂਕਾਂ ਚਲਾਈਆਂ। ਸਮੇ ਪਟੋਕ ਟੋਕ ਤੇ ਨਾ ਤੀਰ ਤਾਰ ਤੋਰੜੇ। ਔਰ ਇਹ ਨੇੜੇ ਪਹੁੰਚਣਾ ਚਾਹੁੰਦੇ ਐ, ਪਰ ਅੱਗੇ ਗੁਰੂ ਕੀਆਂ ਫੌਜਾਂ ਇਹਨਾਂ ਨੂੰ ਨੇੜੇ ਢੁੱਕਣ ਨਹੀਂ ਦਿੰਦੀਆਂ। ਅੰਗਾਤ ਕਹਿ ਸਰੋਰ ਹਾਲ ਹੂਲ ਪੂਰ ਪੇਲ ਤੇ। ਜਿਹੜੇ ਪੈਰੀ ਹਨ ਉਹਨਾਂ ਨੂੰ ਮੂਹਰੇ ਕਰ ਲਿਆ ਹੁਣ, ਉਹ ਹੱਲਾ ਕਰਦੇ ਹੋਏ, ਰੌਲਾ ਪਾਉਂਦੇ ਹੋਏ। ਤਕੇਲ ਸੇਲ ਠੇਲ ਤੇ ਸਕੇਲ ਗੇਲ ਪੇਲ ਤੇ। ਔਰ ਇੱਕ ਦੂਜੇ ਨੂੰ ਧੱਕੋ ਧੱਕੀ ਮਾਰਦੇ ਹੋਏ ਅੱਗੇ ਵਧ ਰਹੇ ਹਨ। ਸਾਰੇ ਉਸ ਜੋਰ ਖਾਲਸੇ ਗੁਰ ਸੰਭਾਲ ਬਾਣ ਕੋ। ਔਰ ਇਧਰ ਗੁਰੂ ਪਿਆਰਿਓ ਜਦੋਂ ਪਹਾੜੀਆਂ ਨੇ, ਤੁਰਕਾਂ ਨੇ ਜ਼ੋਰ ਪਾਇਆ, ਖਾਲਸੇ ਤੇ ਗੁਰੂ ਨੇ ਤੀਰ ਕੱਢਿਆ। ਚਲਾਏ ਦੀਨ ਸੈਂਕਰੇ ਕਰੇ ਸਬੀਰ ਹਾਨ ਕੋ। ਔਰ ਬਾਦਸ਼ਾਹ ਜੀ ਨੇ ਬੜੀ ਤੇਜ਼ੀ ਦੇ ਨਾਲ ਭੱਥੇ ਵਿੱਚੋਂ ਤੀਰ ਕੱਢ ਕੇ ਸੈਂਕੜੇ ਹੀ ਛੱਡ ਦਿੱਤੇ ਔਰ ਫੌਜਾਂ ਨੂੰ ਪਿੱਛੇ ਕਰ ਦਿੱਤਾ। ਗੁਰੂ ਕੀਆਂ ਫੌਜਾਂ ਦੇ ਉੱਤੇ ਜਿਹੜਾ ਜ਼ੋਰ ਪਿਆ ਸੀਗਾ ਉਹ ਘਟ ਗਿਆ ਹੈ। ਦਵਾਈ ਅਗਰ ਆਵਤੇ ਨ ਸੰਗ ਤੀਰ ਖਾਵਤੇ। ਜਿਹੜੇ ਵੀ ਤੁਰਕਾਂ ਦੇ ਪਹਾੜੀਆਂ ਦੇ ਫੌਜੀ ਅੱਗੇ ਵਧਦੇ ਹਨ, ਘੋੜੇ ਭਜਾ ਕੇ ਗੁਰੂ ਦੇ ਤੀਰਾਂ ਨੂੰ ਖਾ ਕੇ ਡਿੱਗ ਪੈਂਦੇ ਜੀ। ਮੇਰੇ ਸੋ ਜੰਗ ਖੇਤ ਮੈਂ ਕਾਹੂ ਨ ਜਾਣ ਪਾਵਤੇ। ਬਸ ਫਿਰ ਪਿੱਛੇ ਤਾਂ ਜਾਣਾ ਕੀ ਸੀ, ਅੱਗੇ ਵੀ ਨਹੀਂ ਵਧਿਆ ਜਾਂਦਾ, ਉੱਥੇ ਹੀ ਡਿੱਗ ਪੈਂਦੇ। ਗੁਰੂ ਗੋਬਿੰਦ ਸਿੰਘ ਜੀ ਬਲੰਦ ਕੋ ਪਤਾਰਿਓ। ਜਬੇ ਬਾਣ ਲਾਗਿਓ ਤਬੇ ਰੋਸ ਜਾਗਿਓ। ਪਾਤਸ਼ਾਹ ਜੀ ਨੇ ਜਦੋਂ ਜੋਸ਼ ਦੇ ਨਾਲ ਆ ਕੇ ਬਹਾਰ ਬਿਰੰਦ ਥਬਾਨ ਕੋ ਸਮੂਹ ਵੀਰ ਮਾਰਿਓ। ਸੈਂਕੜੇ ਹੀ ਤੀਰ ਬੜੀ ਤੇਜ਼ੀ ਦੇ ਨਾਲ ਗੁਰੂ ਸਾਹਿਬ ਨੇ ਖਿੱਚ ਕੇ ਛੱਡੇ ਤੇ ਗੁਰੂ ਪਿਆਰਿਓ ਤੁਰਕਾਂ ਦੇ ਬਹੁਤ ਸਾਰੇ ਯੋਧੇ ਮਾਰੇ ਗਏ। ਪਾਰੇ ਤੋਂ ਰੰਗ ਸੈਂਕੜੇ ਸੂਰ ਹੇਠ ਉਪਰੇ। ਔਰ ਅਨੇਕਾਂ ਹੀ ਘੋੜੇ ਤੇ ਅਨੇਕਾਂ ਹੀ ਜਿਹੜੇ ਫੌਜੀ ਸਨ ਉਹ ਇੱਕ ਦੂਜੇ ਦੇ ਥੱਲੇ ਆ ਰਹੇ ਐ। ਘੋੜੇ ਦੇ ਵੱਜਦਾ ਘੋੜਾ ਡਿੱਗ ਪੈਂਦਾ, ਫੌਜੀ ਦੇ ਮਰਦਾ ਫੌਜੀ ਡਿੱਗ ਪੈਂਦਾ। ਇਉਂ ਲੋਥਾਂ ਦੇ ਢੇਰ ਲੱਗਦੇ ਜਾ ਰਹੇ ਹਨ। ਵਿਸਾਲ ਸਰੋਣ ਚਾਲੇ ਪਹਿ ਪ੍ਰਵਾਹ ਪੂਪਰੇ। ਔਰ ਗੁਰੂ ਪਿਆਰਿਓ ਇਤਨੇ ਜ਼ਖਮੀਆਂ ਦਾ ਫਿਰ ਜਿਹੜਾ ਖੂਨ ਹੋਵੇਗਾ ਉਹ ਵੀ ਨਦੀਆਂ ਦੀ ਨਿਆਈ
ਬਹਿ ਤੁਰਿਆ। ਭਾਈ ਸੋ ਲੋਥ ਪੋਤ ਨਾ ਬੰਦੂਕ ਬ੍ਰਿੰਦ ਬਾਜਿਆ। ਇਉਂ ਲੋਥਾਂ ਤੇ ਲੋਥਾਂ ਚੜ ਗਈਆਂ ਗੁਰੂ ਪਿਆਰਿਓ। ਸੁਹੇਲ ਚਾਲ ਖਾਲਸਾ ਨਾ ਇੱਕ ਪੈਰ ਬਾਜਿਆ। ਗੁਰੂ ਕੀਆਂ ਫੌਜਾਂ ਨੇ ਪਹਿਲਾਂ ਹੀ ਸਾਰੀ ਵਿਉਂਤਬੰਦੀ ਕੀਤੀ ਹੋਈ ਹੈ, ਮੋਰਚੇ ਬਣਾਏ ਹੋਏ ਐ, ਖਾਲਸੇ ਨੇ ਇੱਕ ਪੈਰ ਵੀ ਪਿੱਛੇ ਨਹੀਂ ਕੀਤਾ। ਹਜ਼ਾਰਾਂ ਪਹਾੜ ਕੈ ਤੇਰੇ ਸਮੋਰ ਜਾਣ ਮੈਂ। ਤੇ ਉਹ ਮੋਰਚਿਆਂ ਦੇ ਵਿੱਚ ਬੈਠਿਆ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਤੁਰਕਾਂ ਤੇ ਪਹਾੜੀਆਂ ਨੂੰ ਖਤਮ ਕੀਤਾ ਹੈ। ਪਹਾੜੀ ਪਰ ਬਦਹਾਰ ਨਾ ਰਹਿ ਗੁਮਾਨ ਮੈਂ। ਪਰ ਪਹਾੜੀਆਂ ਨੂੰ ਥੋੜਾ ਹੰਕਾਰ ਹੈ ਵੀ ਸਾਡੇ ਨਾਲ ਤੁਰਕਾਂ ਦੀ ਫੌਜ ਹੈ, ਇਹਨਾਂ ਨੂੰ ਬੜਾ ਹੰਕਾਰ ਹੈ, ਇਹ ਰੁਕਦੇ ਨਹੀਂ। ਮਚਿਓ ਕਮੰਡ ਦੌਰ ਨਾ ਕਹਾਂ ਲੈ ਕੇ ਸੁਣਾਈਏ। ਔਰ ਗੁਰੂ ਪਿਆਰੋ ਐਸਾ ਭਿਆਨਕ ਜੰਗ ਹੋਇਆ, ਅਖੀਰ ਇਹਨਾਂ ਦਾ ਵੀ ਹੰਕਾਰ ਟੁੱਟਣ ਲੱਗਿਆ। ਇਧਰ ਪਹਾੜੀਆਂ ਵੱਲ ਵੀ ਫੌਜਾਂ ਦੇ ਤੀਰ ਗੋਲੀਆਂ ਆ ਰਹੀਆਂ, ਤੁਰਕਾਂ ਵਾਲੇ ਪਾਸੇ ਵੀ ਜਾ ਰਹੀਆਂ। ਜਦੋਂ ਇਹ ਵੇਖਦੇ ਆ ਕਿ ਆ ਘੇਰਾ ਖਤਮ ਕਿਉਂ ਨਹੀਂ ਹੋ ਰਿਹਾ, ਗੁਰੂ ਗੋਬਿੰਦ ਸਿੰਘ ਜੀ ਟਿੱਬੀ ਤੇ ਬੈਠੇ ਐ। ਥੋੜੀ ਦੂਰ ਤੇ ਜਾ ਕੇ ਸਿੰਘਾਂ ਨੇ ਮੋਰਚੇ ਬਣਾਏ ਐ, ਉਹਨਾਂ ਮੋਰਚਿਆਂ ਤੋਂ ਉਹਨਾਂ ਦਾ ਇੱਕ ਸਿਪਾਹੀ ਅੱਗੇ ਨਹੀਂ ਲੰਘ ਰਿਹਾ। ਜਦੋਂ ਵੇਖਦੇ ਐ ਕਾਫੀ ਸਮਾਂ ਜੰਗ ਚੱਲਿਆ, ਇਹਨਾਂ ਦਾ ਹੰਕਾਰ ਟੁੱਟਣ ਲੱਗਿਆ ਜੀ। ਰਹਿ ਲਗਾਏ ਔਜ ਮੂਨ ਕਸਮ ਬਸਾਈਏ। ਬੜਾ ਜ਼ੋਰ ਲਾ ਰਹੇ ਆ, ਬੜਾ ਜ਼ੋਰ ਲਾਹੇ ਆ ਕਿ ਗੁਰੂ ਗੋਬਿੰਦ ਸਿੰਘ ਜੀ ਸਾਹਮਣੇ ਟਿੱਬੀ ਤੇ ਬੈਠੇ, ਅਸੀਂ ਜੱਗ ਫੜ ਲਈਏ, ਪਰ ਕੋਈ ਵਸ ਨਹੀਂ ਚੱਲਦਾ ਜੀ। ਪਰ ਬਾਦ ਸਾਰ ਸਾਰ ਸੰਗ ਡੇਢ ਜਾਮ ਬੀਤਿਓ। ਇਸ ਤਰ੍ਹਾਂ ਗੁਰੂ ਪਿਆਰਿਓ ਜੰਗ ਹੁੰਦੀਆਂ ਹੋਇਆਂ ਡੇਢ ਪਹਿਰ ਭਾਵ ਲਗਭਗ 5-6 ਘੰਟੇ ਬਤੀਤ ਹੋ ਗਏ। ਹਜ਼ਾਰਾਂ ਪਖਾਏ ਵੀਰ ਭਾ ਹੰਕਾਰ ਰਿਦਿਓ। ਆਪਣੇ ਹਜ਼ਾਰਾਂ ਫੌਜੀ ਤੇ ਤੁਰਕਾਂ ਦੇ ਹਜ਼ਾਰਾਂ ਫੌਜੀ ਮਰਵਾ ਕੇ ਇਹਨਾਂ ਦਾ ਹੰਕਾਰ ਟੁੱਟਿਆ। ਆਖਿਓ ਸਿਤਾਈ ਮਾਰ ਦੰਡ ਬਾਰ ਨਿਦਿਸਾਨ ਕੋ। ਅਖੀਰ ਗੁਰੂ ਪਿਆਰਿਓ ਸੂਰਜ ਜਿਹੜਾ ਹੈ ਛਿਪ ਦੇ ਵੱਲ ਜਾ ਰਿਹਾ ਹੈ। ਪ੍ਰਕਾਸ਼ ਮੰਦ ਹੋਤ ਪਾ ਅੰਧੇਰ ਮੋ ਭਿਆਨ ਕੋ। ਹਨੇਰਾ ਹੋਣਾ ਸ਼ੁਰੂ ਹੋਇਆ ਹੈ। ਮੇਟੇ ਸੋ ਆਪ ਕੋ ਹਟਿਸ ਪਰ ਵੀਰ ਹੁਟ ਕੈ। ਹੁਣ ਜਦੋਂ ਹਨੇਰੇ ਵਿੱਚ ਦਿਖਾਈ ਨਹੀਂ ਦਿੰਦਾ ਤੇ ਜੰਗ ਬੰਦ ਕਰਨਾ ਪਿਆ, ਔਰ ਮੁਗਲ ਤੇ ਪਹਾੜੀਏ ਜਿਹੜੇ ਬਚੇ ਹਨ ਉਹ ਪਿੱਛੇ ਹਟ ਗਏ। ਗੋਰੋ ਬਿਸਾਲ ਸੋਰ ਮਾ ਰਹੇ ਮਵਾਸ ਝੂਟ ਕੈ। ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਯੋਧੇ ਤੇ ਯੋਧਾ ਔਰ ਉਹਨਾਂ ਦੇ ਯੋਧਾ ਖਾਲਸਾ ਪੁੱਤਰ ਜਿਹੜਾ ਹੈ ਜੁਟਿਆ ਹੋਇਆ ਗੁਰੂ ਪਿਆਰਿਓ ਮਵਾਸ ਇਹਨਾਂ ਤੋਂ ਆਕੀ ਹੈ। ਆਕੀ ਹੋਣਾ ਬਾਗੀ ਹੋਣਾ ਕੋਈ ਮਾੜੀ ਗੱਲ ਨਹੀਂ ਹੈ, ਆਪਣੇ ਹੱਕ ਲੈਣ ਵਾਸਤੇ ਆਕੀ ਹੋਣਾ ਪੈਂਦਾ ਹੈ। ਤੇ ਸੰਸਾਰ ਉਹਨਾਂ ਨੂੰ ਕੋਈ ਚੰਗਾ ਨਹੀਂ ਕਹਿੰਦਾਗਾ। ਆਕੀ ਬਾਗੀ ਤਰ੍ਹਾਂ ਤਰ੍ਹਾਂ ਦੇ ਨਾਮਾਂ ਦੇ ਨਾਲ ਪੁਰਾਣੇ ਸਮਿਆਂ ਵਿੱਚ ਗੁਰੂ ਪਿਆਰਿਓ ਇਹਨਾਂ ਲੋਕਾਂ ਨੇ ਜਿਵੇਂ ਰਾਵਣ ਹਰਨਾਕਸ਼ ਵਰਗੇ ਹੋਏ, ਉਹਨਾਂ ਨੂੰ ਇਹਨਾਂ ਨੇ ਰਾਖਸ਼ ਕਿਹਾ ਸੀਗਾ। ਅੱਜ ਕੱਲ ਦੇ ਸਮੇਂ 'ਚ ਅੱਤਵਾਦੀ ਵੱਖਵਾਦੀ ਪਤਾ ਨਹੀਂ ਕੀ ਕੁਝ ਕਹਿ ਦਿੰਦੇ ਹਨ, ਆਕੀ ਬਾਗੀ ਬਹੁਤ ਕੁਝ ਕਹਿ ਦਿੰਦੇ ਐ। ਸ਼ਹੀਦ ਭਗਤ ਸਿੰਘ ਨੂੰ ਵੀ ਬਾਗੀ ਕਹਿੰਦੇ ਸੀਗੇ, ਉਹਨੇ ਵੀ ਆਪਣੇ ਦੇਸ਼ ਦੇ ਵਾਸਤੇ ਜੰਗ ਕੀਤਾ। ਉਹੀ ਸਮਾਂ ਅੱਜ ਫਿਰ ਦੁਬਾਰਾ ਆ ਗਿਆ ਦੁਨੀਆ ਦੇ ਵਿੱਚ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹਨਾਂ ਦੁਸ਼ਟਾਂ ਤੋਂ ਆਕੀ ਬਾਗੀ ਹੋ ਕੇ ਜੰਗ ਦੇ ਮੈਦਾਨ 'ਚ ਬੈਠੇ ਨੇ, ਪਰ ਇਹਨਾਂ ਦਾ ਫੌ ਨਹੀਂ ਪੈ ਰਿਹਾ। ਦੋਹਰਾ ਡੇਰਾ ਕੀਨ ਸਦਲ ਸਕਲ ਸਮਰਤ ਅੰਗਲਰ ਜੰਗ। ਇਸ ਤਰ੍ਹਾਂ ਅਖੀਰ ਮੁਗਲਾਂ ਦੀਆਂ ਫੌਜਾਂ ਨੇ ਪਹਾੜੀਆਂ ਫੌਜਾਂ ਨੇ ਇਕੱਠੇ ਹੋ ਕੇ ਪਰੇ ਜਾ ਕੇ ਡੇਰਾ ਕੀਤਾ, ਉਤਰੇ ਰੁਕੇ ਹਨ ਥੱਕੇ ਹੋਏ। ਮਾਨ ਪਾਣ ਕੇ ਕਾਰਨ ਹਿਤ ਉਤਰੇ ਵੀਰ ਸੋ ਸੰਗ। ਔਰ ਹੁਣ ਸ਼ਾਮਾਂ ਦਾ ਲੰਗਰ ਤਿਆਰ ਹੋ ਰਿਹਾ, ਜਿੱਥੇ ਇਹ ਸਾਰੇ ਉੱਥੇ ਇਕੱਠੇ ਹੋ ਗਏ ਜੀ। ਦੋਹਰਾ ਭਇਓ ਕੇ ਕਦਾਰਨ ਮਹਾ ਲੋਥ ਸਕੀਨ ਜਾਲ। ਇਸ ਤਰ੍ਹਾਂ ਇਹ ਜੰਗ ਦਾ ਮੈਦਾਨ ਬੜਾ ਭਿਆਨਕ ਹੋ ਗਿਆ, ਲੋਥਾਂ ਦੇ ਢੇਰ ਲੱਗ ਗਏ ਹਨ। ਕੋਕ ਕੈ ਜੰਬਕ ਆਨ ਕੈ ਕੋਕਰ ਕੋਕ ਵਿਸਾਲ। ਔਰ ਇਹਨਾਂ ਮਰੀਆਂ ਹੋਈਆਂ ਲੋਥਾਂ ਦਾ ਮਾਸ ਖਾਣ ਲਈ ਗਿੱਦੜ ਕੁੱਤੇ ਔਰ ਗੁਰੂ ਪਿਆਰਿਓ ਜਿਹੜੀਆਂ ਕਾਵਾਂ ਹੁੰਦੀਆਂ ਗਿਰਜਾਂ ਹੁੰਦੀਆਂ, ਇਹ ਮਾਸ ਖਾਣ ਵਾਲੇ ਜਾਨਵਰ ਚੀਕਾਂ ਮਾਰਦੇ ਹੋਏ ਉੱਥੇ ਜੰਗ ਦੇ ਮੈਦਾਨ 'ਚ ਪਹੁੰਚ ਗਏ ਹਨ। ਮਾਨੋ ਜੋਗਣੀਆਂ ਖੂਨ ਪੀ ਰਹੀਆਂ। ਹਜ਼ਾਰਾਂ ਦੀ ਗਿਣਤੀ ਵਿੱਚ ਫੌਜੀ ਮਾਰੇ ਗਏ ਹਨ ਮੁਗਲਾਂ ਦੇ ਪਹਾੜੀਆਂ ਦੇ। ਗੁਰੂ ਕੀਆਂ ਫੌਜਾਂ ਨੇ ਚੰਗੇ ਆਹੂ ਲਾਹੇ ਵਿਉਂਤਬੰਦੀ ਕਰਕੇ ਅਖੀਰ ਆਪਣਾ ਹਜ਼ਾਰਾਂ ਦੀ ਗਿਣਤੀ ਨੁਕਸਾਨ ਕਰਕੇ ਰਾਤ ਨੂੰ ਪਿੱਛੇ ਹਟੇ ਆ। ਦੂਜੇ ਦਿਨ ਕੀ ਹੁੰਦਾ ਇਹ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਨੇਕਾਂ ਅੱਖਰ ਬਾਅਦ ਕੱਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਹੇ ਅਚੁੱਤ ਹੈ ਪਾਰ
ਕਰਮ ਅਗਨਾਸੀ ਅਗਨਾਸ हे पूरन हे सर्व मैं ਪੰਜਨ ਗੁਣ ਦਾਸ हे संगी हे निरंकार हे निर्गुण ਸਭ ਟੇਕ हे गोविंद हे गुण निधान ਜਾਪ ਸਦਾ ਭਵੇ हे अपरंपर हर हरे है बिहोवन ਹਾਰ हे संत है कै सदा संग ਤਾਰਾ ਆਧਾਰ हे ठाकुर हो गासरो मैं निर्गुण गुण नहीं ਕੋਏ नानक दीजै नाम दाना ਕੋਹੀਐ ਪਰੋਏ आए प्रभु शरणागति ਕਿਰਪਾ ਨਿਧ ਦਿਆਲ एक अखर हर मन बसत ਨਾਨਕ ਹੋਤ ਨਿਹਾਲ एक ओंकार सतगुरु ਤਿਹ ਪ੍ਰਸਾਦ ਸਚ ਹੋਏ वाहिगुरु जी की फतेह है ਵਿਘਨ ਵਿਨਾਸ਼ਨ ਸੋਏ वाहिगुरु जी की फतेह है ਵਿਘਨ ਵਿਨਾਸ਼ਨ ਸੋਏ वाहिगुरु जी का खालसा वाहिगुरु जी की फतेह।